ਸਤਿ ਸ਼੍ਰੀ ਅਕਾਲ। ਲੋਕਨਾਣਾ ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਇੱਕ ਅਹਿਮ ਸ਼ਖਸੀਅਤ ਹਾਜ਼ਰ ਨੇ, ਸਤਨਾਮ ਸਿੰਘ ਬਹਿਰੂ ਸਾਹਿਬ ਸੰਯੁਕਤ ਕਿਸਾਨ ਮੋਰਚੇ ਦੇ ਸਿਆਣੇ ਵੱਡੇ ਸਲਾਹ ਦੇਣ ਵਾਲੇ ਪ੍ਰਮੁੱਖ ਆਗੂ ਨੇ ਤੇ ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਉਹ ਪ੍ਰਧਾਨ ਨੇ। 82 ਸਾਲ ਦੀ ਉਮਰ ਹੋ ਗਈ, 40 ਸਾਲ ਤੋਂ ਵਧੇਰੇ ਤਜਰਬਾ, ਕਿਸਾਨੀ ਸੰਘਰਸ਼ਾਂ ਦਾ ਤਜਰਬਾ ਹੋ ਗਿਆ। ਅੱਜ ਇਸ ਅੰਦੋਲਨ ਦੀ ਮੁੱਖ ਅਗਵਾਈ ਕਰ ਰਹੇ ਨੇ। ਦਿੱਲੀ 1 ਸਾਲ ਦਾ ਸਮਾਂ ਹੋ ਗਿਆ ਕਿਸਾਨਾਂ ਨੂੰ ਬੈਠਿਆਂ ਨੂੰ। ਬਹਿਰੂ ਸਾਹਿਬ 1 ਸਾਲ ਤੋਂ ਦਿੱਲੀ ਦੇ ਬਰੂਹਾਂ ਤੇ ਹਾਜ਼ਰ ਨੇ, ਕਿਸਾਨਾਂ ਦੀ ਅਗਵਾਈ ਕਰ ਰਹੇ ਨੇ। ਸਰਕਾਰ ਦੇ ਨਾਲ 11 ਗੇੜਾਂ ਦੀ ਮੀਟਿੰਗ ਦੇ ਵਿੱਚ ਇਹ ਸ਼ਾਮਲ ਰਹੇ ਤੇ ਹੁਣ ਪਰਿਵਾਰਕ ਰੁਝੇਵਿਆਂ ਕਰਕੇ ਪੰਜਾਬ ਆਏ ਹੋਏ ਸੀ ਤੇ ਅੱਜ ਸਾਡੇ ਨਾਲ ਲੋਕਰਾਣਾ ਦੇ ਸਟੂਡੀਓ ਦੇ ਵਿੱਚ ਮੌਜੂਦ ਨੇ। ਗੱਲਬਾਤ ਕਰਾਂਗੇ, ਪੂਰੇ ਸਿਨੈਰੀਓ ਨੂੰ ਸਮਝਾਂਗੇ, ਕਿਸਾਨੀ ਅੰਦੋਲਨ ਨੂੰ ਸਮਝਾਂਗੇ। ਗੱਲਬਾਤ ਚੱਲਦੀ ਹੈ ਕਿ ਕਿਸਾਨੀ ਅੰਦੋਲਨ ਹੁਣ ਸਿਮਟ ਸਕਦਾ, ਬੀਜੇਪੀ ਸਰਕਾਰ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰ ਸਕਦੀ ਹੈ। ਪੂਰੇ ਇਸ ਮਸਲੇ ਤੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਬਹਿਰੂ ਸਾਹਿਬ ਤੁਹਾਡਾ ਸਵਾਗਤ ਜੀ ਲੋਕਰਾਣਾ ਤੇ। ਧੰਨਵਾਦ, ਮੈਂ ਵੀ ਸਵਾਗਤ ਕਰਦਾ ਸਾਰੇ ਮੀਡੀਆ ਜੀ। ਬਹਿਰੂ ਸਾਹਿਬ, ਲੰਮਾ ਸਮਾਂ ਹੋ ਗਿਆ ਕਿਸਾਨੀ ਅੰਦੋਲਨ ਨੂੰ ਚੱਲਦਿਆਂ ਨੂੰ। ਤੁਸੀਂ ਸਿਹਤ ਤੁਹਾਡੀ ਨਾਸਾਜ਼ ਸੀ, ਫਿਰ ਵੀ ਤੁਸੀਂ ਉੱਥੇ ਜਾ ਕੇ ਅਗਵਾਈ ਕੀਤੀ। ਤਕਰੀਬਨ 1 ਸਾਲ ਤੋਂ ਤੁਸੀਂ ਦਿੱਲੀ ਦੇ ਬਾਰਡਰਾਂ ਤੋਂ ਬੈਠੇ ਹੋ ਤੇ ਅੱਜ ਸਾਡੇ ਨਾਲ ਸਾਡੇ ਲੋਕਰਾਣਾ ਦੇ ਸਟੂਡੀਓ ਦੇ ਵਿੱਚ ਤੁਸੀਂ ਗੱਲਬਾਤ ਕਰਨ ਦੇ ਲਈ ਆਏ ਹੋ। ਬਹਿਰੂ ਸਾਹਿਬ, ਹੁਣ ਕਿਸਾਨੀ ਅੰਦੋਲਨ ਨੂੰ ਤੁਸੀਂ ਕਿੱਥੇ ਕੁ ਰੱਖ ਕੇ ਆਂਕਦੇ ਹੋ, ਕਿੱਥੇ ਕੁ ਰੱਖ ਕੇ ਦੇਖਦੇ ਹੋ? ਅੱਜ ਦਿੱਲੀ ਦੇ ਬਾਰਡਰਾਂ ਦੀ, ਟਿੱਕਰੀ ਬਾਰਡਰ ਦੀ ਅੱਜ ਸਥਿਤੀ ਕੀ ਹੈ? ਸਥਿਤੀ ਪਹਿਲੇ ਦਿਨ ਤੋਂ ਲੈ ਕੇ ਉਦੋਂ ਤੋਂ ਅੱਜ ਤੱਕ ਇੱਕੋ ਜਿਹੀ ਬਣੀ ਹੋਈ ਜੀ। ਇਹ ਜਿਹੜੇ ਕਿਸਾਨ ਮਸਲੇ ਸੀ, ਕਿਸਾਨ ਦੇਸ਼ ਦੀ ਖੇਤੀ ਨੀਤੀ ਨਾਲ ਜੁੜੇ ਹੋਏ ਸੀ ਜੀ। ਇਹ ਜਦੋਂ ਪਿਛਲੇ ਸਾਲ ਆਪਣੇ 5 ਜੂਨ ਨੂੰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਜੀ ਬੜੀ ਕਾਹਲ ਨਾਲ, ਬੜੀ ਨਾਟਕੀ ਢੰਗ ਨਾਲ ਜਿਹੜੇ 3 ਕਾਨੂੰਨ ਲਿਆਏ ਜੀ ਅਤੇ MSC ਦਾ ਇਸ਼ਾਰਾ ਦਿੱਤਾ ਵੀ ਇਹ ਖਤਮ ਕਰ ਦਿੱਤੀ ਜਾਏਗੀ। ਜੀ। ਇਸ ਚਿੰਤਾ ਨੂੰ ਲੈ ਕੇ ਦੇਸ਼ ਦੇ ਕਿਸਾਨ ਹੌਲੇ ਹੌਲੇ ਜਾ ਕੇ ਸੀ, ਪੰਜਾਬ ਦੇ ਕਿਸਾਨ ਅਸੀਂ ਤੁਰੰਤ ਜਦੋਂ ਸਾਨੂੰ ਪਤਾ ਲੱਗਿਆ ਵੀ ਇਹ ਬਹੁਤ ਸਾਡੀਆਂ ਨਸਲਾਂ ਵਾਸਤੇ ਘਾਤਕ ਨੇ ਜੀ, ਤੇ ਭਾਵੇਂ ਅਸੀਂ ਵੱਖ-ਵੱਖ ਕਿਸਾਨ ਜਥੇਬੰਦੀਆਂ ਆਪਣੇ ਆਪਣੇ ਨਾਂ ਤੇ ਆਪਣੇ ਆਪਣੇ ਬਿਰਧ ਆਪਣੀ ਆਪਣੀ ਵਿਚਾਰਧਾਰਾ ਮੁਤਾਬਕ ਅਸੀਂ ਕੰਮ ਕਰ ਰਹੇ ਸੀ ਜੀ, ਪਰ ਸਾਨੂੰ ਸਾਹਸ ਹੋਇਆ ਸਾਰੇ ਲੀਡਰਾਂ, ਪੰਜਾਬ ਦੇ ਲੀਡਰਾਂ ਨੂੰ। 32 ਕਿਸਾਨ ਜਥੇਬੰਦੀਆਂ ਅਸੀਂ ਪਹਿਲੋਂ ਚੰਡੀਗੜ੍ਹ ਕਿਸਾਨ ਭਵਨ ਮੀਟਿੰਗਾਂ ਕੀਤੀਆਂ ਜੀ। ਸੋ ਉਹ ਮੀਟਿੰਗਾਂ ਦੇ ਵਿੱਚ ਅਸੀਂ ਸਰਬਸੰਮਤੀ ਬਣਾਈ ਵੀ ਇੱਥੇ ਆਪਾਂ ਮਤਭੇਦ ਭੁਲਾ ਕੇ ਇੱਕ ਪਲੇਟਫਾਰਮ ਤੇ ਆਓ ਜੀ। 32 ਕਿਸਾਨ ਜਥੇਬੰਦੀਆਂ ਅਸੀਂ ਇਕੱਠੇ ਹੋ ਕੇ ਜੀ ਬਹੁਤ ਸਾਰਾ ਇੱਥੇ ਪੰਜਾਬ ਵਿੱਚ ਪਿੰਡਾਂ ਵਿੱਚ ਰੈਲੀਆਂ, ਲੋਕੜ ਮੀਟਿੰਗਾਂ, ਰੇਲਾਂ ਰੋਕੀਆਂ, ਟ੍ਰੈਫਿਕ ਜਾਮ ਕੀਤੀ, ਪੰਜਾਬ ਬੰਦ ਵੀ ਕੀਤਾ ਜੀ। ਤੇ ਜਦੋਂ ਲੋਕਾਂ ਨੂੰ ਅਸੀਂ ਪੂਰਾ ਸਮਝਾ ਲਿਆ, ਹਰਿਆਣੇ ਦੇ ਲੋਕਾਂ ਵਿੱਚ ਗਏ, ਯੂਪੀ ਦੇ ਲੋਕਾਂ ਵਿੱਚ ਗਏ, ਰਾਜਸਥਾਨ ਦੇ ਲੋਕਾਂ 'ਚ ਗਏ ਔਰ ਉੱਥੋਂ ਦੇ 5-6 ਸੂਬੇ ਜਿਹੜੇ ਦਿੱਲੀ ਦੇ ਆਲੇ ਦੁਆਲੇ ਲੱਗਦੇ ਸੀ, ਸਾਨੂੰ ਸਾਹਸ ਹੋ ਗਿਆ ਵੀ ਹੁਣ ਜਿੱਥੇ ਲੜਾਈ ਸਾਡੀ ਭਾਰਤ ਸਰਕਾਰ ਨਾਲ ਹੈ, ਸਾਨੂੰ ਪੰਜਾਬ ਦਾ ਅੰਦੋਲਨ ਦਿੱਲੀ ਦੀਆਂ ਬਰੂਹਾਂ ਤੇ ਲੈ ਕੇ ਜਾਣਾ ਚਾਹੀਦਾ ਜੀ। 26 ਨਵੰਬਰ ਨੂੰ ਅਸੀਂ ਪਹਿਲੋਂ 1 ਹਫ਼ਤਾ ਐਲਾਨ ਕੀਤਾ ਵੀ ਅਸੀਂ ਹੁਣ ਸਾਡੇ ਕੋਲ ਕੋਈ ਚਾਰਾ ਨਹੀਂ, ਸਾਡੀ ਸਰਕਾਰ ਗੱਲ ਨਹੀਂ ਸੁਣ ਰਹੀ, ਭਾਰਤ ਸਰਕਾਰ, ਅਸੀਂ ਸ਼ਾਂਤਮਈ ਅੰਦੋਲਨ ਕਰਦੇ ਕਰਦੇ ਹੁਣ ਦਿੱਲੀ ਜਾਵਾਂਗੇ ਔਰ ਦਿੱਲੀ ਜਾਣ ਵਾਸਤੇ ਅਸੀਂ ਜਦੋਂ ਰਾਸ਼ਨ ਟਰਾਲੀਆਂ ਲੈ ਕੇ ਪੰਜਾਬ ਤੇ ਹਰਿਆਣੇ ਦੇ ਸੂਬੇ ਦੇ। ਬਹਿਰੂ ਸਾਹਿਬ, ਤੁਸੀਂ ਨਾ ਉੱਥੇ ਦੇਖੋ ਸਾਹਮਣੇ ਵਿੱਚੋਂ ਜੀ, ਉਹ ਕੈਮਰੇ ਵੱਲ ਜੀ। ਜਦੋਂ ਅਸੀਂ ਚੱਲੇ ਤਾਂ ਕੇਂਦਰ ਸਰਕਾਰ ਨੇ ਵੇਖਿਆ ਵੀ ਦਿੱਲੀ ਆਉਣ ਤੋਂ ਰੋਕਿਆ ਜਾਏ ਜੀ। ਹਰਿਆਣੇ ਦੇ ਮੁੱਖ ਮੰਤਰੀ ਨੂੰ ਸਖਤ ਹਦਾਇਤਾਂ ਦਿੱਤੀਆਂ ਵੀ ਕਿਸੇ ਵੀ ਕੀਮਤ ਤੇ ਪੰਜਾਬ ਦੇ ਕਿਸਾਨਾਂ ਨੂੰ, ਹਰਿਆਣੇ ਦੇ ਕਿਸਾਨਾਂ ਨੂੰ ਦਿੱਲੀ ਦੇ ਬਰੂਹਾਂ ਤੇ ਨਾ ਆਉਣ ਦਿੱਤਾ ਜਾਏ। ਬਹੁਤ ਸਾਰੀਆਂ ਰੋਕਾਂ ਲਾਈਆਂ, ਦੀਵਾਰਾਂ ਖੜੀਆਂ ਕੀਤੀਆਂ, ਬਹੁਤ ਸਾਰੇ ਸਖਤ ਟਿੱਬੇ ਵੀ ਪੱਟੇ, ਪਰ ਅਣਖੀ ਜਿਹੜੇ ਪੰਜਾਬ ਦੇ ਲੋਕ ਸੀ, ਹਰਿਆਣੇ ਦੇ ਲੋਕ ਸੀ, ਅਸੀਂ ਉਹ ਨਾਕੇ ਤੋੜਦੇ ਹੋਏ 26 ਨਵੰਬਰ ਨੂੰ ਦਿੱਲੀ ਦੇ ਬਰੂਹਾਂ ਤੇ ਬਹਿ ਗਏ ਜੀ। ਜਦੋਂ ਅਸੀਂ ਹਰਿਆਣੇ ਦੇ, ਪੰਜਾਬ ਦੇ ਬੈਠੇ ਤਾਂ ਦੂਜੇ ਤੀਜੇ ਦਿਨ ਯੂਪੀ ਵਾਲੇ ਆ ਗਏ, ਬਾਅਦ ਚ 1 ਹਫ਼ਤੇ ਚ ਹੀ ਰਾਜਸਥਾਨ ਤੇ ਆ ਗਏ, ਮੱਧ ਪ੍ਰਦੇਸ਼ ਤੇ ਆ ਗਏ ਤੇ ਇਹ 5-6 ਸੂਬਿਆਂ ਦਾ ਅੰਦੋਲਨ ਇੰਨਾ ਜ਼ਬਰਦਸਤ, ਮਜ਼ਬੂਤ, ਸ਼ਾਂਤਮਈ, ਲੱਖਾਂ ਲੋਕ ਜਿਹਦੇ ਵਿੱਚ ਆਏ। ਪਹਿਲੋਂ ਭੁਲੇਖਾ ਪੈਂਦਾ ਸੀ ਸਰਕਾਰਾਂ ਨੂੰ, ਕੇਂਦਰ ਸਰਕਾਰ ਨੂੰ, ਵੀ ਹਰਿਆਣੇ ਵਾਲੇ ਰੋਕ ਲੈਣਗੇ, ਸਾਡੀ ਸਰਕਾਰ ਇਹ ਭੁੱਖੇ ਮਰਦੇ ਘਰਾਂ ਨੂੰ ਚਲੇ ਜਾਣਗੇ। ਜਦੋਂ ਉੱਥੇ ਲੰਗਰ ਲੱਗ ਗਏ, ਕਾਰ ਸੇਵਾ ਵਾਲੇ ਬਾਬੇ
ਆਮ ਸੰਸਥਾਵਾਂ ਜਿਹੜੀਆਂ ਸਾਰੀਆਂ ਅੱਗੇ ਆ ਗਈਆਂ, ਸਾਡੇ ਹਮਦਰਦ ਲੋਕ ਸਾਡੀ ਪਿੱਠ ਤੇ ਆ ਗਏ, ਤੇ ਫਿਰ ਸਾਡਾ ਅੰਦੋਲਨ ਹੌਲੀ 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 ਇਹ ਦੁਨੀਆ ਦਾ ਅੰਦੋਲਨ ਬਣ ਗਿਆ। ਇਹ ਹੁਣ ਕਿਸਾਨ ਅੰਦੋਲਨ ਨਹੀਂ, ਜਨ ਅੰਦੋਲਨ ਜਿਹਨੂੰ ਆਪਾਂ ਕਹਿੰਦੇ ਆ। ਅਸੀਂ ਜਿੰਨੇ ਪ੍ਰੋਗਰਾਮ ਦਿੱਤੇ ਹੁਣ ਤੱਕ ਸ਼ਾਂਤਮਈ ਰੱਖੇ, ਔਰ ਇਸ ਅੰਦੋਲਨ ਦੇ ਵਿੱਚ ਅਸੀਂ ਅੰਦਰੂਨੀ ਬੜਾ ਕੁਝ ਵੇਖਿਆ। ਬਹੁਤ ਸਾਰੀਆਂ ਸ਼ਕਤੀਆਂ ਨੇ ਇਹਨੂੰ ਸਿੱਖ ਅੰਦੋਲਨ ਬਣਾਉਣ ਦੀ ਵੀ ਕੋਸ਼ਿਸ਼ ਕੀਤੀ, ਨਸਲਵਾਦੀ ਵੀ ਸਾਨੂੰ ਸੱਦਿਆ ਗਿਆ, ਸਾਨੂੰ ਹੋਰ ਤਰ੍ਹਾਂ ਦੇ ਨਾਂ ਨਾਲ ਸੰਬੋਧਨ ਭਾਰਤ ਦਾ ਪ੍ਰਧਾਨ ਮੰਤਰੀ ਦੇਸ਼ ਦੇ ਜਿਹੜੇ ਹੁਕਮਰਾਨ ਸੀ ਸੱਦਦੇ ਰਹੇ, ਪਰ ਅਸੀਂ ਆਪਣੀ ਵਿਸ਼ਵਾਸ ਜਿਹੜਾ ਸੀ ਸਾਡਾ, ਜਾਂ ਸਾਡੀ ਸਹਿਣਸ਼ੀਲਤਾ ਸੀ ਸਾਡੀ ਲੀਡਰਸ਼ਿਪ ਦੀ, ਉਹ ਸਾਡੀ ਇੰਨੀ ਕਾਇਮ ਰਹੀ। ਅੱਜ ਸੰਸਾਰ ਦਾ ਅੰਦੋਲਨ ਬਣ ਗਿਆ, ਦੁਨੀਆ ਦੇ ਲੋਕ ਇਹਨੂੰ ਪਸੰਦ ਕਰ ਰਹੇ ਨੇ, ਔਰ ਸ਼ਾਂਤਮਈ ਅੰਦੋਲਨ ਉੱਥੇ ਚੱਲ ਰਿਹਾ ਹੈ। ਤੁਸੀਂ ਸ਼ੁਰੂ ਕੀਤਾ ਵੀ ਉਦੋਂ ਤੋਂ ਲੈ ਕੇ ਅੱਜ ਤੱਕ ਮੇਰੀ ਸਮਝ ਮੁਤਾਬਕ ਫਸਲ ਵੀ ਅਸੀਂ ਬੀਜਦੇ ਹਾਂ, ਕਣਕ ਪਿੱਛੇ ਸਾਂਭੀ, ਜੀਰੀ ਹੁਣ ਸਾਂਭ ਰਹੇ ਹਾਂ, ਜੀਰੀ ਲਾਈ। ਉੱਥੇ ਪੱਕਾ ਮੋਰਚਾ, ਜਿਹਨੂੰ ਆਪਾਂ ਪੱਕਾ ਮੋਰਚਾ ਕਹਿੰਦੇ ਹਾਂ, ਪੱਕਾ ਮੋਰਚਾ ਉੱਥੇ ਪਿੰਡਾਂ ਦੇ ਲੋਕਾਂ ਨੇ ਧੜੇਬੰਦੀ ਤੋਂ ਉਤਾਂ ਉੱਠ ਕੇ ਵਾਰੀਆਂ ਬੰਨ ਲਈਆਂ। ਇੱਕ ਪਿੰਡ ਦੀ ਜਿੰਨੀ ਆਬਾਦੀ ਉਹਦੇ ਹਿਸਾਬ ਨਾਲ ਕਿਸੇ ਪਿੰਡ ਦੇ ਵਿੱਚੋਂ 15 ਕਿਸਾਨ ਜਾਂਦੇ ਨੇ ਹਫ਼ਤੇ ਬਾਅਦ, ਕਿਸੇ ਪਿੰਡ ਚੋਂ 25 ਜਾਂਦੇ ਨੇ, ਕਿਸੇ ਚ 5-7 ਵੀ ਛੋਟੀ ਆਬਾਦੀ ਵਾਲੇ ਰਹਿ ਗਏ, ਤੇ ਉੱਥੇ ਉਹ ਜਥੇ ਬਦਲਦੇ ਨੇ, ਔਰ ਜਥੇ ਵਾਪਸ ਆ ਕੇ ਫਿਰ ਪਿੰਡਾਂ ਚ ਨਾਲ ਦੇ ਪਿੰਡਾਂ ਚ ਪ੍ਰਚਾਰ ਕਰਦੇ ਨੇ, ਦਾਣਾ ਮੰਡੀਆਂ ਚ ਪ੍ਰਚਾਰ ਕਰਦੇ ਨੇ। ਵੇਖੋ ਯਾਰੋ, ਨਰਿੰਦਰ ਮੋਦੀ ਐਡਾ ਹੰਕਾਰੀ ਪ੍ਰਧਾਨ ਮੰਤਰੀ, ਅਸੀਂ ਉੱਥੇ ਜਾ ਕੇ ਬੜੀ ਚੜ੍ਹਦੀ ਕਲਾ, ਕੋਈ ਰਹਿਣ ਸਹਿਣ ਦੀ ਤਕਲੀਫ ਨਹੀਂ, ਕੋਈ ਲੰਗਰ ਦੀ ਤਕਲੀਫ ਨਹੀਂ। ਸੋ ਇਹ ਅੰਦੋਲਨ ਨੇ ਐਡਾ ਸਾਡਾ ਹੌਸਲਾ ਵਧਾਇਆ, ਸਾਡਾ ਕਿਸਾਨ ਦਾ ਸਵਾਏ ਮਾਣ ਉੱਚਾ ਕੀਤਾ, ਔਰ ਦੇਸ਼ ਦੇ ਲੋਕ ਇਹਨੂੰ ਇੱਕ ਸਾਡਾ ਹਿੱਸਾ ਬਣ ਕੇ, ਇੱਕ ਤਾਕਤ ਬਣ ਕੇ, ਜੇ ਅਸੀਂ ਦੇਸ਼ ਨੂੰ ਕਿਹਾ ਵੀ ਅੱਜ ਭਾਰਤ ਬੰਦ ਕਰਨਾ ਹੈ, ਤਾਂ ਦੇਸ਼ ਤੇ ਇੱਕ ਵੀ ਖੋਖੇ ਵਿੱਚ ਚਾਹ ਦਾ ਕੱਪ ਨਹੀਂ ਬਣਿਆ। ਔਰ ਜੇ ਅਸੀਂ ਕਿਹਾ ਰੇਲਾਂ ਰੋਕਣੀਆਂ ਨੇ, ਤੇ ਕੋਈ ਰੇਲ ਦਾ ਪਹੀਆ ਨਹੀਂ ਚੱਲਿਆ। ਜੇ ਅਸੀਂ ਕੋਈ ਵੀ ਕਾਲ ਦਿੱਤੀ, ਜੇ ਅਸੀਂ ਕਿਹਾ ਆਓ ਯਾਰ ਅੱਜ ਆਪਾਂ ਉੱਥੇ ਵੱਡੇ ਇਕੱਠ ਕਰਦੇ ਨੇ ਨਾਕਿਆਂ ਦੇ ਉੱਤੇ, ਤੇ ਲੋਕ ਉੱਥੇ ਹੁਮ ਆ ਕੇ ਆਪਣਾ ਸਾਰਾ ਕਾਰੋਬਾਰ ਪਿੱਛੇ ਛੱਡ ਕੇ ਉੱਥੇ ਜਾਂਦੇ ਨੇ, ਕਿਉਂਕਿ ਇਹ ਹੁਣ ਕਿਸੇ ਇੱਕ ਜਥੇਬੰਦੀ ਦਾ ਜਾਂ ਕਿਸੇ ਇੱਕ ਵਿਚਾਰਧਾਰਾ ਦਾ ਅੰਦੋਲਨ ਦੀ, ਰੋਟੀ ਰੋਜੀ ਦਾ, ਜ਼ਮੀਨ ਦਾ, ਜਾਇਦਾਦ ਦਾ, ਸਵਾਏ ਮਾਣ ਦਾ ਇਹ ਅੰਦੋਲਨ ਬਣ ਗਿਆ। ਤੇ ਅੱਜ ਮੈਂ ਫਖਰ ਨਾਲ ਕਹਿ ਸਕਦਾ, ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਡੇ ਹੌਸਲੇ ਬਹੁਤ ਬੁਲੰਦ ਨੇ, ਔਰ ਸਾਡੀ ਜਿਹੜੀ ਵਿਚਾਰਧਾਰਾ, ਜਿਹੜਾ ਅਸੀਂ ਵਿਸ਼ਵਾਸ ਲੈ ਕੇ ਗਏ ਆ, ਕਿਸਾਨਾਂ ਦਾ ਵਿਸ਼ਵਾਸ ਜਿੱਤਿਆ, ਕਿਸਾਨਾਂ ਨੂੰ ਨਾਅਰਾ ਦਿੱਤਾ, ਆਓ ਕਿਸਾਨੋ ਦਿੱਲੀ ਚੱਲੀਏ, ਆਪਾਂ ਇਹ ਕਾਲੇ ਕਾਨੂੰਨ ਮੌਤ ਦੇ ਬਰੰਟ ਵਾਲੇ, ਕਿਸਾਨਾਂ ਦੇ ਮੌਤ ਦੇ ਬਰੰਟ ਤੇ ਜਿਹੜੇ ਨਰਿੰਦਰ ਮੋਦੀ ਨੇ ਦਸਤਖਤ ਕੀਤੇ ਨੇ, ਖੇਤੀ ਕਾਰੋਬਾਰ ਤਬਾਹ ਕਰਨ ਵਾਲੇ, ਇਹਨੂੰ ਬਚਾਉਣ ਵਾਸਤੇ ਆਓ ਦਿੱਲੀ, ਸਾਡੀ ਅਗਵਾਈ 'ਚ ਆਓ, ਅਸੀਂ ਤੁਹਾਡਾ ਵਿਸ਼ਵਾਸ ਜਿੱਤ ਕੇ ਤੁਹਾਨੂੰ ਮੋੜਾਂਗੇ। ਸੋ ਸਾਡਾ ਜਿਹੜਾ ਵਿਸ਼ਵਾਸ ਹੈ ਉਹ ਕਿਸਾਨਾਂ ਵਿੱਚ ਹੈ, ਔਰ ਕਿਸਾਨਾਂ ਦਾ ਵਿਸ਼ਵਾਸ ਲੀਡਰਸ਼ਿਪ ਦੇ ਵਿੱਚ ਹੈ। ਸਾਡੀ ਵੱਡੀ ਜਾਣਕਾਰੀ ਦੇਣੀ ਚਾਹ ਰਿਹਾ ਵਾਂ, ਸੰਯੁਕਤ ਕਿਸਾਨ ਮੋਰਚੇ ਦੇ 42 ਮੈਂਬਰ ਨੇ, ਔਰ 42 ਮੈਂਬਰਾਂ ਦੇ ਵਿੱਚ ਇੱਕ ਵੀ ਤਰ੍ਹਾਂ ਦਾ ਵਿਚਾਰਧਾਰਾ ਨਰਮ ਜਾਂ ਗਰਮ ਜਾਂ ਠੰਡੀ ਜਾਂ ਤੇਜ਼, ਇੱਕ ਵਿਚਾਰਧਾਰਾ ਹੈ ਵੀ ਅਸੀਂ ਇਹ ਮੋਰਚਾ ਜਿੱਤ ਕੇ ਅਸੀਂ ਦੁਨੀਆ ਦੇ ਲੋਕਾਂ ਨੂੰ ਦੱਸਣਾ ਹੈ ਵੀ ਸ਼ਾਂਤਮਈ ਅੰਦੋਲਨ ਕਰਕੇ ਵੀ ਮਸਲੇ ਹੱਲ ਕਰਾਏ ਜਾ ਸਕਦੇ, ਜਿੱਤਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ। ਜੀ ਬੈਰੂ ਸਾਹਿਬ, ਤੁਸੀਂ ਬੜਾ ਹੀ ਡਿਟੇਲ ਦੇ ਵਿੱਚ ਜਾ ਕੇ ਤਰਤੀਬ ਅਨੁਸਾਰ ਸਭ ਦੱਸਿਆ ਕਿ ਕਿਵੇਂ ਅੰਦੋਲਨ ਪੰਜਾਬ ਤੋਂ ਚੱਲਿਆ ਸੀ, ਕਿ ਪ੍ਰਾਪਤੀਆਂ ਕੀ ਰਹੀਆਂ, ਅੱਜ ਅਸੀਂ ਕਿੱਥੇ ਖੜੇ ਹਾਂ, ਅੰਦੋਲਨ ਕਿੱਥੇ ਅੱਜ ਖੜਿਆ। ਤੇ ਹੁਣ ਗੱਲਾਂ ਨਿਕਲ ਕੇ ਆ ਰਹੀਆਂ ਨੇ ਕਿ ਹੁਣ ਬੀਜੇਪੀ ਸਰਕਾਰ ਕੁਛ ਸਮੇਂ ਦੇ ਵਿੱਚ ਹੀ, ਬੀਜੇਪੀ ਹਕੂਮਤ ਤਿੰਨੋਂ ਖੇਤੀ ਕਾਨੂੰਨ ਰੱਦ ਕਰ ਸਕਦੀ ਹੈ, ਅੰਦੋਲਨ ਹੁਣ ਖਤਮ ਹੋ ਸਕਦਾ, ਕਿਉਂਕਿ ਇੱਕ ਪਾਸੇ ਤਾਂ ਕੈਪਟਨ ਅਮਰਿੰਦਰ ਸਿੰਘ ਵੀ ਆਪਣੇ ਪੱਧਰ ਉੱਤੇ ਪੈਰਵਾਈ ਕਰ ਰਹੇ ਨੇ ਕਿਸਾਨਾਂ ਦੀ। ਲਗਾਤਾਰ ਉਹਨਾਂ ਦੀ ਦੂਜੀ ਮੁਲਾਕਾਤ ਹੋਣੀ ਸੀ ਅਮਿਤ ਸ਼ਾਹ ਦੇ ਨਾਲ, ਉਹ ਮੁਲਾਕਾਤ ਭਾਵੇਂ ਮੁਲਤਵੀ ਹੋ ਗਈ, ਅਮਿਤ ਸ਼ਾਹ ਗੁਜਰਾਤ ਚਲੇ ਗਏ। ਤੇ ਦੂਜਾ ਹੁਣ ਗੱਲਾਂ ਨਿਕਲ ਕੇ ਆ ਰਹੀਆਂ ਨੇ ਕਿ ਵੀ ਕਿਸਾਨ ਅੰਦੋਲਨ ਹੁਣ ਸਮਾਪਤ ਹੋ ਸਕਦਾ, ਬੀਜੇਪੀ ਸਰਕਾਰ ਕਿਸਾਨਾਂ ਦੀ ਮੰਗਾਂ ਮੰਨ ਸਕਦੀ ਹੈ। ਜੋ ਇਹ ਪੰਜਾਬ ਦੇ ਵਿੱਚ ਗੱਲ ਚੱਲੀ ਹੋਈ ਹੈ, ਪੰਜਾਬ ਤੇ ਹਰਿਆਣਾ ਦੇ ਵਿੱਚ, ਅਸਲ ਦੇ ਪਿੱਛੇ ਇਸ ਗੱਲ ਦੀ ਸੱਚਾਈ ਹੈ ਕਿ ਕਿਉਂਕਿ ਤੁਸੀਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਹੋ, ਤੁਸੀਂ ਸਾਰੀਆਂ ਗੱਲਾਂ ਨੂੰ ਜਾਣਦੇ ਹੋ, ਸਰਕਾਰ ਨਾਲ ਗੱਲਬਾਤ ਕਿੱਥੇ ਖੜੀ ਹੈ ਇਹ ਵੀ ਤੁਸੀਂ ਜਾਣਦੇ ਹੋ। ਵੇਖੋ, ਇੱਕ ਤਾਂ ਮੈਂ ਸਪਸ਼ਟ ਕਰਨਾ ਚਾਹਨਾ ਵਾ, ਇਹ ਕਿਸੇ ਰਾਜਨੀਤਿਕ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਲੈਣ ਦੇਣ ਨਹੀਂ ਹੈਗਾ। ਇਹ ਗੈਰ ਰਾਜਨੀਤਿਕ ਸਰਬ ਧਰਮੀ ਜਿਹਨੂੰ ਆਪਾਂ ਕਹਿੰਦੇ ਹਾਂ। ਸਾਡੀ ਸਟੇਜ ਤੇ ਮੁਸਲਮਾਨਾਂ ਦਾ ਪਾਠ ਵੀ ਹੁੰਦਾ ਹੈ, ਹਿੰਦੂ ਧਰਮ ਦਾ ਵੀ ਪਾਠ ਹੁੰਦਾ ਹੈ, ਸਾਡੇ ਸਿੱਖ ਧਰਮ ਦਾ ਵੀ ਪਾਠ ਹੁੰਦਾ ਹੈ, ਔਰ ਸਾਰੇ ਫਿਰਕਿਆਂ ਦੇ ਲੋਕ ਇਹਦੇ ਵਿੱਚ ਕੁੱਦੇ ਹੋਏ ਨੇ। ਗੈਰ ਰਾਜਨੀਤਿਕ ਅੰਦੋਲਨ ਹੈ, ਜਿੱਥੋਂ ਤੁਸੀਂ ਕਹਿੰਦੇ ਹੋ ਵੀ ਇਹ ਗੱਲ ਕਿੱਥੇ ਖੜੀ ਹੈ। ਆਪਣੇ 22
ਜਨਵਰੀ ਦੀ ਮੀਟਿੰਗ ਤੋਂ ਬਾਅਦ ਮੀਟਿੰਗ ਨਹੀਂ ਹੋਈ। ਇਹ ਠੀਕ ਹੈ, ਅਫਵਾਹਾਂ ਆਉਂਦੀਆਂ ਨੇ ਜਾਂ ਕਦੇ ਖੇਤੀਬਾੜੀ ਮੰਤਰੀ ਜਾਂ ਹੋਰ ਕੋਈ ਦੂਜਾ ਤੀਜਾ ਇਹਨਾਂ ਦਾ ਮੰਤਰੀ ਸੰਤਰੀ ਕਹਿ ਦਿੰਦਾ ਹੈ ਸਰਕਾਰ ਦੇ ਦਰਵਾਜ਼ੇ ਖੁੱਲੇ ਨੇ, ਤੇ ਅਸੀਂ ਅੱਗੋਂ ਬੋਲਦੇ ਹਾਂ ਵੀ ਸਾਡੇ ਦਰਵਾਜ਼ੇ ਖੁੱਲੇ ਜਾਂ ਬੰਦ ਹੋਣ ਦੀ ਨਹੀਂ ਸਾਨੂੰ ਚਿੰਤਾ। ਤੁਸੀਂ ਜਿਸ ਤਰ੍ਹਾਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਸੀ, ਮਸਲਾ ਹੱਲ ਹੋਵੇ ਨਾ ਹੋਵੇ ਉਹ ਤੁਸੀਂ ਬੰਦ ਕੀਤਾ ਹੈ। ਤੁਸੀਂ ਸਾਨੂੰ ਰਿਟਰਨ, ਜਿਸ ਤਰ੍ਹਾਂ ਅੱਗੇ 11 ਮੀਟਿੰਗਾਂ ਹੋਈਆਂ, ਤੁਸੀਂ ਰਿਟਰਨ ਸਾਨੂੰ ਸੱਦਾ ਦਿੰਦੇ ਸੀ, ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਇਕੱਠੇ ਹੁੰਦੇ ਸੀ ਬਈ ਆਪ ਸੱਦਾ ਆਇਆ ਹੈ, ਆਪਾਂ ਉੱਥੇ ਕੀ ਗੱਲ ਕਰਨੀ, ਅਸੀਂ ਸਲਾਹ ਕਰਦੇ ਸੀ। ਤੇ ਹੁਣ ਵੀ ਜਿਹੜੀਆਂ ਅਫਵਾਹਾਂ ਨੇ ਇਹ ਠੀਕ ਹੈ, ਮੈਨੂੰ ਅੰਦਰੂਨੀ ਜੋ ਪਤਾ ਲੱਗ ਰਿਹਾ ਹੈ ਅੰਦਰੋਂ ਹੱਲੇ ਪਏ ਨੇ। ਇਹ ਕਿਉਂ ਹੱਲੇ ਨੇ? ਦੇਸ਼ ਦਾ ਸਭ ਤੋਂ ਵੱਡਾ ਸੂਬਾ ਜਿਹੜਾ ਯੂਪੀ ਹੈ, ਯੂਪੀ ਮਿਸ਼ਨ ਅਸੀਂ ਨਾ ਚਾਹੁੰਦੇ ਹੋਏ, ਕਿਉਂਕਿ ਮੈਂ ਕਹਿੰਦਾ ਵੀ ਇਹ ਗੈਰ ਰਾਜਨੀਤਿਕ ਅੰਦੋਲਨ ਹੈ। ਜਦੋਂ ਕੋਈ ਸ਼ਾਂਤਮਈ ਅੰਦੋਲਨ ਨੂੰ ਕੋਈ ਪਸੰਦ ਨਾ ਕਰੇ, ਸਰਕਾਰ ਤਸ ਤੋਂ ਮਸ ਨਾ ਹੋਵੇ, ਇੰਨਾ ਲੰਮਾ ਸਮਾਂ ਉੱਥੇ ਸਾਡੀਆਂ ਭੈਣਾਂ, ਬੀਬੀਆਂ, ਬੱਚੇ ਆਪਣੇ ਧਰਤੀ ਤੇ ਬੈਠੇ ਹੋਏ ਨੇ ਤੇ ਘਰ ਦੇ ਕਾਰੋਬਾਰ ਛੱਡ ਕੇ ਉੱਥੇ ਡਟੇ ਹੋਏ ਨੇ, ਤੇ ਫਿਰ ਸਾਡੇ ਕੋਲ ਨਾ ਕੋਈ ਹੋਰ ਹੀਲਾ, ਅਸੀਂ ਤਸ਼ੱਦਦ ਤਾਂ ਕਰਨਾ ਨਹੀਂ, ਤੋੜ ਫੋੜ ਨਹੀਂ ਕਰਨੀ, ਕਿਸੇ ਬਿਲਡਿੰਗ ਸਾਡੀ ਹੈ ਉਹਨਾਂ ਦੀ ਤਾਂ ਬਿਲਡਿੰਗ ਨਹੀਂ, ਕਿਸੇ ਵਹੀਕਲ ਦਾ ਅਸੀਂ ਨੁਕਸਾਨ ਨਹੀਂ ਕਰਨਾ। ਤੇ ਅਸੀਂ ਪਿੱਛੇ ਜੋ 5 ਸੂਬਿਆਂ ਦੀਆਂ ਚੋਣਾਂ ਹੋਈਆਂ ਸੀ, ਅਸੀਂ ਨਾ ਚਾਹਦੇ ਉੱਥੋਂ ਦੇ ਲੋਕਾਂ 'ਚ ਜਾ ਕੇ ਗਏ, ਅਸੀਂ ਲੋਕੋ ਵੇਖੋ ਅਸੀਂ ਇਨਸਾਫ ਮੰਗਦੇ ਆ, ਸਾਨੂੰ ਇਨਸਾਫ ਨਹੀਂ ਮਿਲਦਾ, ਇਨਸਾਫ ਸਾਡੀ ਝੋਲੇ ਪਾਓ, ਬੀਜੇਪੀ ਨੂੰ ਵੋਟਾਂ ਨਾ ਪਾਓ, ਹੋਰ ਜਿਹਨੂੰ ਮਰਜ਼ੀ। ਸਾਨੂੰ ਮੀਡੀਆ ਵਾਲੇ ਕਹਿੰਦੇ ਸੀ ਸਿਫਾਰਸ਼ ਕਰੋ ਕਿਹਨੂੰ, ਅਸੀਂ ਕਿਹਾ ਵੀ ਅਸੀਂ ਕਿਸੇ ਪਾਰਟੀ ਦੇ ਵਿੰਗ ਨਹੀਂ ਹੈਗੇ, ਅਸੀਂ ਤੇ ਕਹਿੰਦੇ ਬੀਜੇਪੀ ਨੂੰ ਨਾ ਪਾਓ, ਜਿਹਨੂੰ ਮਰਜ਼ੀ ਪਾ ਦਿਓ। ਤੇ ਹੁਣ ਅਸੀਂ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਹੈ, ਪੱਕਾ ਐਲਾਨ ਕੀਤਾ ਹੈ, ਯੂਪੀ ਮਿਸ਼ਨ ਜਿੱਦਾਂ ਆਪਾਂ ਨਾਂ ਰੱਖਿਆ ਹੈ। ਜੇ ਸਰਕਾਰ ਤਸ ਤੋਂ ਮਸ ਨਹੀਂ ਹੁੰਦੀ, ਸਾਨੂੰ ਇਸੇ ਤਰ੍ਹਾਂ ਇਸੇ ਨਿਗਾਹ ਨਾਲ, ਗਹਿਰੀ ਨਿਗਾਹ ਨਾਲ ਵੇਖੇਗਾ ਗੜਬਾਜ ਪ੍ਰਧਾਨ ਮੰਤਰੀ, ਤੇ ਅਸੀਂ ਯੂਪੀ ਐਸਾ ਸਬਕ ਸਿਖਾਵਾਂਗੇ ਕਿ ਉਹ ਯੂਪੀ ਇੱਕ ਐਸਾ ਦੇਸ਼ ਦਾ ਸੂਬਾ ਹੈ, ਲੰਮੇ ਸਮੇਂ ਤੋਂ ਸਾਨੂੰ ਤਜਰਬਾ ਹੈ, ਤੁਸੀਂ ਵੇਖ ਲਿਆ, ਯੂਪੀ ਜਿਹਦੀ ਚੜ੍ਹਤ ਹੋ ਜਾਂਦੀ ਰਾਜਨੀਤਿਕ ਪਾਰਟੀ ਦੀ, ਉਹਦਾ ਹੀ ਪ੍ਰਧਾਨ ਮੰਤਰੀ ਬਣਦਾ ਹੈ। ਤੇ ਅਸੀਂ ਯੂਪੀ ਤੋਂ ਸ਼ੁਰੂ ਕੀਤਾ ਹੈ। ਵੈਸੇ ਤਾਂ ਸਾਡਾ ਮਿਸ਼ਨ ਲੰਮਾ ਹੈ, ਜੇ ਸਾਨੂੰ ਲੰਮਾ ਚਲਾਉਣਾ ਚਾਹੁੰਦੇ ਨੇ ਤੇ ਅਸੀਂ 2024 'ਚ ਜਿਹੜੀਆਂ ਪਾਰਲੀਮੈਂਟ ਚੋਣਾਂ ਹੋਣੀਆਂ ਨੇ, ਅਸੀਂ ਇਹਨਾਂ ਦਮ ਰੱਖਦੇ ਹਾਂ ਵੀ ਅਸੀਂ ਬੀਜੇਪੀ ਦਾ ਸਫਾਇਆ ਦੇਸ਼ 'ਚੋਂ ਕਰ ਦਿਆਂਗੇ, ਯੂਪੀ ਤੋਂ ਸ਼ੁਰੂ ਕਰਾਂਗੇ। ਔਰ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਅਫਵਾਹਾਂ, ਕੈਪਟਨ ਅਮਰਿੰਦਰ ਸਿੰਘ ਦੀ ਨਾਂ ਆਉਂਦਾ ਹੈ, ਸਾਨੂੰ ਕੋਈ ਇਤਰਾਜ਼ ਨਹੀਂ, ਕੋਈ ਅੱਗੇ ਲੱਗੇ ਕੋਈ ਪਿੱਛੇ ਲੱਗੇ। ਅਸੀਂ ਤਾਂ ਮੋਦੀ ਸਾਹਿਬ ਨੂੰ ਇਹ ਵੀ ਕਹਿ ਰਹੇ ਹਾਂ ਵੀ ਮੋਦੀ ਸਾਹਿਬ, ਸਾਨੂੰ ਤੇਰੇ ਚਾਹ ਦੇ ਕੱਪ ਦੀ ਲੋੜ ਨਹੀਂ, ਸਾਨੂੰ ਮੀਟਿੰਗਾਂ ਕਰਨ ਦਾ ਸ਼ੌਂਕ ਨਹੀਂ, ਤੂੰ ਐਲਾਨ ਕਰ ਦੇ ਆ ਕਾਲੇ ਕਾਨੂੰਨ ਤੁਹਾਨੂੰ ਪਸੰਦ ਨਹੀਂ, ਕਿਸਾਨੋਂ ਦੇਸ਼ ਦਿਓ, ਮੈਂ ਇਹਨੂੰ ਖਤਮ ਕਰਦਾ, MSC ਦਾ ਪਾਰਲੀਮੈਂਟ ਸੈਸ਼ਨ ਸਪੈਸ਼ਲ ਬੁਲਾ ਕੇ ਕਾਨੂੰਨ ਬਣਾ ਦੇ, ਸਾਡੀ ਸਦਾ ਦੀ ਚਿੰਤਾ ਮੁੱਕ ਜਾਏ, ਸਰਕਾਰ ਆਉਣ ਵਾਲੇ ਸਮੇਂ 'ਚ ਕਿਸੇ ਦੀ ਆਵੇ ਕਿਸੇ ਦੀ ਜਾਵੇ, ਇਹ ਜਿਹੜੀ ਤਲਵਾਰ ਲਟਕਦੀ ਵੀ MSC ਕਦੇ ਵੀ ਕੋਈ ਸਰਕਾਰ ਖਤਮ ਕਰ ਸਕਦੀ ਹੈ। ਤਾਂ ਹੀ ਤਾਂ ਅਸੀਂ ਇਹ ਕਾਨੂੰਨ ਚਾਹੁੰਦੇ ਹਾਂ ਵੀ ਕਾਨੂੰਨੀ ਮਾਨਤਾ ਮਿਲ ਜਾਏ, ਭਾਵੇਂ ਪ੍ਰਧਾਨ ਮੰਤਰੀ ਅੱਜ ਨਰਿੰਦਰ ਮੋਦੀ ਹੈ ਜਾਂ ਕੋਈ ਹੋਰ ਆਉਣ ਵਾਲੇ ਭਵਿੱਖ ਵਿੱਚ ਆਵੇ, ਤਾਂ ਕਿ ਸਾਡੇ ਇਹ MSC ਨਾਲ ਸਰਕਾਰੀ ਜਿਨਸਾਂ ਦੀ ਕੀਮਤ ਨਾਲ ਛੇੜਛਾੜ ਨਾ ਕਰ ਸਕੇ। ਜੀ ਬਿਲਕੁਲ, ਯਾਨੀ ਕਿ ਹਜੇ ਜੋ ਗੱਲ ਚੱਲਦੀ ਸੀ ਕਿ ਕਿਸਾਨੀ ਅੰਦੋਲਨ ਕੁਝ ਦਿਨਾਂ ਦੇ ਵਿੱਚ ਹੀ ਖਤਮ ਹੋ ਸਕਦਾ, ਬੀਜੇਪੀ ਸਰਕਾਰ ਗੱਲਾਂ ਮੰਨ ਸਕਦੀ ਹੈ, ਤੁਹਾਡੀ ਗੱਲ ਮੁਤਾਬਕ ਹਜੇ ਇਹ ਸੰਭਵ ਲੱਗਦਾ ਨਹੀਂ ਇੰਨੀ ਛੇਤੀ? ਨਹੀਂ, ਬਿਲਕੁਲ। ਹੁਣ ਮੈਨੂੰ ਪੱਤਰਕਾਰ ਹੋਰ ਵੀ ਜਿਵੇਂ ਤੁਸੀਂ ਸਵਾਲ ਕਰ ਰਹੇ ਹੋ, ਮੈਂ ਬੜਾ ਸਪਸ਼ਟ ਸਾਡਾ ਸਵਾਲ ਹੈ, ਸੰਯੁਕਤ ਕਿਸਾਨ ਮੋਰਚੇ ਤੇ ਅੱਜ ਕੋਈ ਵੀ ਮੀਡੀਆ ਵਾਲੇ ਪੁੱਛਣਗੇ ਜਾਂ ਕੋਈ ਇੰਟੈਲੀਜੈਂਸ ਪੁੱਛੇਗੀ, ਤੇ ਜਦੋਂ ਸਾਡੇ ਤੱਕ ਗੱਲ ਨਹੀਂ ਆਈ, ਸਾਨੂੰ ਰਿਟਰਨ ਚਿੱਠੀ ਆਵੇਗੀ, ਫਿਰ ਅਸੀਂ ਕੋਈ ਥੋੜੀ ਬਾਰੀ ਉਹਦੇ ਤੇ ਚਰਚਾ ਕਰ ਸਕਦੇ ਹਾਂ, ਵਿਸ਼ਵਾਸ ਕਰ ਸਕਦੇ ਹਾਂ। ਇਹ ਅਫਵਾਹਾਂ ਵਿੱਚ ਅਸੀਂ ਵਿਸ਼ਵਾਸ ਨਹੀਂ ਰੱਖਦੇ। ਜਦੋਂ ਸਾਨੂੰ ਕੋਈ ਚਾਹ ਨਹੀਂ, ਜੇ ਪ੍ਰਧਾਨ ਮੰਤਰੀ ਅੱਜ ਐਲਾਨ ਕਰਦੇ, ਐਲਾਨ ਵੀ ਬੜਾ ਸੌਖਾ, ਮੈਂ ਉਹਨੂੰ ਢੰਗ ਦੱਸ ਦਿੰਦਾ। ਐਲਾਨ ਇੱਕ ਨਿਕਾਤੀ ਪ੍ਰੋਗਰਾਮ ਹੈ, लाए किसानों, मैं तो आपके लिए अच्छा कानून बनाया था, आपको नहीं चंगे लगते मैं वापस लेता हूँ, ਅਸੀਂ ਕਰ ਦੋ ਆ ਜਾਗੇ। ਸੋ ਸਾਡਾ ਕੋਈ ਬੀਜੇਪੀ ਨਾਲ ਰਾਜਨੀਤਿਕ ਰੋਲਾ ਨਹੀਂ ਹੈਗਾ, ਸਾਡਾ ਵਿਚਾਰਾਂ ਦਾ ਰੋਲਾ ਹੈ, ਦੇਸ਼ ਦੀ ਖੇਤੀ ਨੂੰ ਬਚਾਉਣ ਦਾ ਰੋਲਾ ਹੈ। ਔਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਨਿਰੀ ਖੇਤੀ ਨਹੀਂ ਜਾ ਰਹੀ, ਪੂਰਾ ਕਾਰੋਬਾਰ ਪੂਰਾ ਭਾਰਤ ਜਾ ਰਿਹਾ ਹੈ, ਉਹਨੂੰ ਰੋਕਣਾ। ਇਹ ਤਾਂ ਹੀ ਤਾਂ ਹੁਣ ਦੇਸ਼ ਦੇ ਲੋਕ ਸਾਡੇ, ਭਾਵੇਂ ਉਹ ਕਿਸੇ ਵੀ ਪਾਰਟੀ ਦੇ ਜਾਂ ਕਿਸੇ ਵੀ ਧਰਮ ਦੇ ਲੋਕ ਨੇ, ਉਹ ਸਾਡੇ ਅੰਦੋਲਨ 'ਚ ਜਿਹੜੀ ਸਾਡੀ ਕਾਲ ਆਉਂਦੀ ਹੈ ਉਹਨੂੰ ਸਿਰ ਮੱਥੇ ਨਿਭਾਉਂਦੇ ਨੇ, ਚਾਹੇ ਉਹ ਘਰ ਬਹਿ ਕੇ ਰੋਸ ਕਰਨ, ਚਾਹੇ ਸੜਕਾਂ 'ਤੇ ਆ ਕੇ ਕਰਨ, ਚਾਹੇ ਭਾਰਤ ਬੰਦ ਦੇ ਵਿੱਚ ਸ਼ਾਮਲ ਹੋਣ, ਚਾਹੇ ਰੇਲਵੇ ਬੰਦ ਕਰਨ। ਸੋ ਸਾਡਾ ਬਹੁਤ ਸਾਰਾ ਸਤਿਕਾਰ ਲੋਕ ਕਰ ਰਹੇ ਨੇ, ਔਰ ਸਾਡੀ ਅਗਵਾਈ
ਨੂੰ ਪਸੰਦ ਕਰ ਰਹੇ ਨੇ, ਔਰ ਸਾਰੇ ਭਾਰਤ ਦੇ ਲੋਕ ਨਹੀਂ, ਦੁਨੀਆ ਦੇ ਲੋਕ, ਦੁਨੀਆ ਦੇ ਸੰਸਾਰ ਦੇ ਲੋਕ ਸਾਡੀ ਪ੍ਰਸ਼ੰਸਾ ਕਰ ਰਹੇ ਨੇ ਵੀ ਸ਼ਾਂਤਮਈ ਅੰਦੋਲਨ ਇੰਨਾ ਨਾ ਅੱਗੇ ਹੋਇਆ ਹੈ ਨਾ ਹੋਵੇਗਾ। ਜੀ ਬੈਰੂ ਸਾਹਿਬ, ਹੁਣ ਜੇਕਰ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਹਜੇ ਰਿਟਨ 'ਚ ਤਾਂ ਕੁਛ ਆਇਆ ਨਹੀਂ ਹੈ, ਤਾਂ ਅਸੀਂ ਗੱਲ ਕਿਵੇਂ ਮੰਨ ਲਈਏ? ਜਦੋਂ ਹੁਣ 2022 ਦੇ ਵਿੱਚ ਯੂਪੀ ਦੀਆਂ ਵਿਧਾਨ ਸਭਾ ਚੋਣਾਂ ਨੇ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਯੂਪੀ ਮਿਸ਼ਨ ਚਲਾਇਆ ਜਾ ਰਿਹਾ, ਉਸ ਬਾਰੇ ਥੋੜ੍ਹਾ ਜਿਹਾ ਦਰਸ਼ਕਾਂ ਨੂੰ ਖੁੱਲ੍ਹ ਕੇ ਦੱਸੋ ਕਿ ਜੋ ਯੂਪੀ ਮਿਸ਼ਨ ਹੈ ਬੀਜੇਪੀ ਸਰਕਾਰ ਦੇ ਖਿਲਾਫ ਯੂਪੀ 'ਚ ਕੰਮ ਕਿਵੇਂ ਕਰੂਗਾ? ਉਹ ਕੰਮ ਅਸੀਂ ਹੁਣ ਜਿਵੇਂ ਮੁਜ਼ੱਫਰਨਗਰ ਅਸੀਂ ਰੈਲੀ ਰੱਖੀ ਲੋਕਾਂ 'ਚ ਰਾਜਨੀਤਿਕ ਚੇਤਨਾ ਪੈਦਾ ਕਰਨ ਵਾਸਤੇ, ਲੋਕਾਂ ਨੂੰ ਲਾਮਬੰਦ ਕਰਨ ਵਾਸਤੇ। ਉੱਥੇ ਸੰਯੁਕਤ ਕਿਸਾਨ ਮੋਰਚੇ ਨੇ ਰੈਲੀ ਰੱਖੀ, 20 ਲੱਖ ਤੋਂ ਵੱਧ ਲੋਕ ਉੱਥੇ ਆ ਗਏ। ਇਹ ਪ੍ਰਚਾਰ ਦਾ ਸਾਧਨ ਹੈ। ਹੁਣ ਅਸੀਂ 23 ਨੂੰ ਲਖਨਊ ਆਪਣੇ ਨਵੰਬਰ ਨੂੰ ਕਰ ਰਹੇ ਆ, ਉੱਥੇ ਵੀ ਲੱਖਾਂ ਲੋਕ ਇਕੱਠੇ ਹੋਣਗੇ। ਤੇ ਇਹ ਜਿਹੜੇ ਯੂਪੀ ਦਾ ਮੁਜ਼ੱਫਰਨਗਰ ਦਾ ਇਕੱਠ ਹੈ, ਉੱਥੋਂ ਬੌਂਦਰੇ ਹੋਏ ਜਿਹੜਾ ਯੂਪੀ ਦਾ ਘਟਨਾ ਵਾਪਰੀ, ਕਿਸਾਨਾਂ ਦੇ ਉੱਤੇ ਗੱਡੀਆਂ ਚੜਾ ਦਿੱਤੀਆਂ, ਟਾਇਰਾਂ ਥੱਲੇ ਮਦਦ ਦਿੱਤਾ, ਸਾਡੇ 4 ਕਿਸਾਨ ਸ਼ਹੀਦ ਹੋ ਗਏ। ਉਹਦਾ ਮੁੱਖ ਕਾਰਨ ਹੈ ਵੀ ਇੱਕ ਜਿਵੇਂ ਰਕੇਟ ਸਾਡੇ ਲੀਡਰ ਨੇ, ਪ੍ਰਮੁੱਖ ਆਪਣੇ ਆਲ ਇੰਡੀਆ ਦੇ ਲੀਡਰ ਨੇ, ਉੱਥੇ ਇੱਕ ਸਰਦਾਰ ਲੀਡਰ ਉੱਥੇ ਉੱਪਰ ਰਿਹਾ ਸੀ, ਉਹ ਸਰਕਾਰ ਵਾਸਤੇ ਸਿਰਦਰਦੀ ਬਣ ਰਿਹਾ ਸੀ। ਉਹਦਾ ਨਾਮ ਸਰਦਾਰ ਤੇਜਿੰਦਰ ਸਿੰਘ ਵਿਰਕ। ਔਰ ਉਸ ਲੀਡਰ ਨੂੰ ਇੰਨਾ ਜ਼ਿਆਦਾ ਮੈਲੀ ਅੱਖ ਨਾਲ ਉੱਥੋਂ ਦਾ ਮੁੱਖ ਮੰਤਰੀ ਵੇਖ ਰਿਹਾ ਸੀ ਵੀ ਕਿਸੇ ਕੀਮਤ ਨਾਲ ਇਹਨੂੰ ਇਹ ਸਰਗਰਮੀ ਤੋਂ ਪਾਸੇ ਕੀਤਾ ਜਾਏ, ਭਾਵੇਂ ਉਹਦੀ ਜਾਨ ਵੀ ਲੈਣੀ ਪਏ। ਤੇ ਉਹਨੂੰ ਉਦਣ ਪੂਰਾ ਉਹਨੂੰ ਖਤਮ ਕਰਨ ਵਾਸਤੇ ਇਹ ਸਾਰਾ ਟਰਾਈ ਕੀਤਾ ਸੀ, ਕਿਉਂਕਿ ਉੱਥੇ ਕਿਸੇ ਮੰਤਰੀ ਨੇ ਆਉਣਾ ਸੀ। ਤਾਂ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਸੀ ਵੀ ਅਸੀਂ ਬੀਜੇਪੀ ਨੂੰ ਪੂਰੇ ਦੇਸ਼ ਵਿੱਚ ਕਿਤੇ ਰੈਲੀ ਨਹੀਂ ਕਰਨ ਦੇਣੀ, ਕਿਤੇ ਜਲਸਾ ਜਲੂਸ ਨਹੀਂ ਕਰਨ ਦੇਣਾ। ਤੇ ਉਹ ਸਰਦਾਰ ਤੇਜਿੰਦਰ ਸਿੰਘ ਵਿਰਕ ਨੇ ਉੱਥੋਂ ਦੇ ਲੋਕਾਂ ਨੂੰ ਲਾਮਬੰਦ ਕਰਕੇ ਵੀ ਅੱਜ ਇਸ ਮੰਤਰੀ ਦਾ ਅਸੀਂ ਜਹਾਜ਼ ਨਹੀਂ ਉਤਰ ਦੇਣਾ। ਤੇ ਉੱਥੇ ਇੰਨਾ ਵੱਡਾ ਇਕੱਠ ਹੋ ਗਿਆ। ਫਿਰ ਵੀ ਉਸ ਇਕੱਠ ਦੇ ਵਿੱਚ ਮੰਤਰੀ ਤੇ ਉੱਥੇ ਨਹੀਂ ਆਇਆ। ਲੋਕਾਂ ਨੂੰ ਸਾਡੇ ਲੀਡਰਾਂ ਨੇ ਕਹਿਤਾ ਵੀ ਜਾਓ ਘਰ, ਵੀ ਤੁਹਾਡੀ ਜਿੱਤ ਹੋ ਗਈ। ਤੇ ਉੱਥੇ ਬੜੇ ਨਾਟਕੀ ਢੰਗ ਦੇ ਨਾਲ ਉਹਦੇ ਉੱਤੇ ਗੱਡੀਆਂ ਚੜਾ ਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਪਰਮਾਤਮਾ ਦਾ ਅਸੀਂ ਸ਼ੁਕਰਗੁਜ਼ਾਰ ਹਾਂ, ਸੰਯੁਕਤ ਕਿਸਾਨ ਮੋਰਚਾ ਤੇਜਿੰਦਰ, ਉਹਦੀ ਖੋਪਰੀ ਟੁੱਟ ਗਈ, ਉਹਦਾ ਮਣਕਾ ਟੁੱਟ ਗਿਆ, ਕੋਈ ਸਰੀਰ ਦਾ ਅੰਗ ਨਹੀਂ ਬਚਿਆ। ਪਰ ਡਾਕਟਰਾਂ ਨੇ ਅਸੀਂ ਗੜਗਾਵਾਂ ਲਿਆ ਕੇ ਉਹਦਾ ਇਲਾਜ ਕਰਾਇਆ, ਤੰਦਰੁਸਤ। ਮੈਂ ਉਹਨੂੰ ਮਿਲ ਕੇ ਆਇਆ, ਬਹੁਤ ਅੱਛਾ ਲੀਡਰ, ਅੱਛਾ ਇਨਸਾਨ ਸੀ। ਤੇ ਅੱਜ ਬੀਜੇਪੀ ਦਾ ਨਿਰਾ ਯੂਪੀ ਨਹੀਂ, ਪੂਰੀ ਦੇਸ਼ ਦੀ ਸਿਰਦਰਦੀ ਬਣਿਆ ਵੀ ਜੇ ਇਹ ਅੰਦੋਲਨ ਕਿਸਾਨ ਇਸੇ ਤਰ੍ਹਾਂ ਹੀ ਇਰਾਦੇ ਨਾਲ ਡਟੇ ਰਹੇ ਤੇ ਅਸੀਂ ਕਿਸਾਨਾਂ ਦੀ ਗੱਲ ਨਾ ਸੁਣੀ, ਮੰਗਾਂ ਨਾ ਮੰਨੀਆਂ, ਤੇ 2024 ਦੇ ਵਿੱਚ ਪੂਰੇ ਦੇਸ਼ ਵਿੱਚ ਵੀ ਹੱਥ ਧੋਣੇ ਪੈ ਸਕਦੇ ਨੇ। ਬਿਲਕੁਲ ਬੈਰੂ ਸਾਹਿਬ, ਪਿਛਲੇ ਦਿਨੀ ਉੱਥੇ ਸਿੰਘੂ ਬਾਰਡਰ ਜੋ ਮੇਨ ਸਟੇਜ ਦੇ ਨੇੜੇ ਇੱਕ ਘਟਨਾ ਘਟੀ ਸੀ। ਉਹ ਜੋ ਕਿਹਾ ਜਾ ਰਿਹਾ ਸੀ ਕਿ ਜੋ ਵਿਅਕਤੀ ਬੇਅਦਬੀ ਕਰਨ ਲਈ ਆਇਆ ਸੀ, ਨਿਹੰਗ ਸਿੰਘਾਂ ਵੱਲੋਂ ਉਹਦਾ ਸੌਦਾ ਲਾਇਆ ਗਿਆ ਸੀ। ਉਸ ਬਾਰੇ ਵੀ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਸੰਯੁਕਤ ਕਿਸਾਨ ਮੋਰਚਾ ਅੱਜ ਕਿਸ ਤਰ੍ਹਾਂ ਉਸ ਘਟਨਾਕ੍ਰਮ ਨੂੰ ਲੈਂਦਾ? ਨਹੀਂ, ਉਹ ਸਾਨੂੰ ਬਾਹਲੀ ਉਹ ਧਾਰਮਿਕ ਥੋੜ੍ਹਾ ਜਿਹਾ ਵਿਸ਼ਾ ਹੈ, ਮੈਂ ਉਹਦੇ 'ਚ ਨਹੀਂ ਜਾਣਾ ਚਾਹੁੰਦਾ। ਵੈਸੇ ਉਹ ਮੀਡੀਆ ਵਿੱਚ ਜੋ ਇੰਟੈਲੀਜੈਂਸ, ਜੋ ਜਨਤਾ ਦੇ ਵਿੱਚ ਉਹਦਾ ਸਾਰਾ ਬੈਕਗਰਾਊਂਡ ਲੋਕਾਂ ਦੇ ਸਾਹਮਣੇ ਆ ਗਈ। ਮੈਂ ਇੱਕ ਜ਼ਿੰਮੇਵਾਰ ਵਿਅਕਤੀ ਹੋਣ ਦੇ ਨਾਤੇ ਮੈਂ ਉਹਦੇ 'ਤੇ ਬਾਹਲੀ ਚਰਚਾ ਨਹੀਂ ਕਰਨਾ ਚਾਹੁੰਦਾ। ਜਦੋਂ ਸੱਚਾਈ ਦੁਨੀਆ ਦੇ ਸਾਹਮਣੇ ਆ ਗਈ, ਸੰਸਾਰ ਦੇ ਲੋਕਾਂ ਨੇ ਸਮਝ ਲਈ ਉਹ ਘਟਨਾ ਕੀ ਸੀ, ਕਿੰਨੇ ਕਰਾਈ, ਕਿਵੇਂ ਕੀਤੀ, ਕੀ ਹੋਇਆ, ਕਿਵੇਂ ਲੈ ਕੇ ਗਏ, ਉਹ ਸਾਰਾ ਸਾਫ਼ ਹੋ ਗਿਆ। ਉਹਦੇ 'ਚ ਬਾਹਲੀ ਚਰਚਾ ਸਾਨੂੰ ਕਰਨੀ ਚਾਹੀਦੀ ਨਹੀਂ। ਹੋਰ ਮੁੱਦੇ ਬੜੇ ਨੇ, ਮੇਰੇ ਤੋਂ ਤੁਸੀਂ ਸਵਾਲ ਕਰੋ, ਮੈਂ ਜਵਾਬ ਦੇਵਾਂਗਾ। ਜੀ ਬੈਰੂ ਸਾਹਿਬ, ਇੱਕ ਦੇਖੋ ਜਿਵੇਂ ਕਿਸਾਨ ਆਗੂ ਕਹਿੰਦੇ ਨੇ ਕਿ ਵੀ ਯੂਪੀ ਮਿਸ਼ਨ ਚਲਾਵਾਂਗੇ, ਗੁਰਨਾਮ ਸਿੰਘ ਚਰੂਨੀ ਪੰਜਾਬ ਮਿਸ਼ਨ ਲੈ ਕੇ ਚੱਲ ਰਹੇ ਨੇ। ਉਹ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੇ, ਕਿਉਂ ਨਾ ਵੀ ਕਿਸਾਨਾਂ ਵੱਲੋਂ ਉਹਦੇ 'ਚ ਬੰਦੇ ਖੜੇ ਕੀਤੇ ਜਾਣ। ਜੇਕਰ ਵੀ ਪੋਲੀਟੀਕਲ ਪਾਵਰ ਆਪਣੇ ਹੱਥਾਂ 'ਚ ਆ ਜਾਊਗੀ ਤਾਂ ਮੋਰਚਾ ਜ਼ਿਆਦਾ ਮਜ਼ਬੂਤ ਹੋ ਜਾਊਗਾ। ਇਸ ਮਿਸ਼ਨ ਨੂੰ ਲੈ ਕੇ ਚੱਲ ਰਹੇ ਨੇ। ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਸਪੈਂਡ ਵੀ ਕੀਤੇ ਗਏ ਨੇ ਇਸੇ ਮਸਲੇ ਨੂੰ ਲੈ ਕੇ। ਵੇਖੋ, ਕੋਈ ਵੀ ਕਾਹਲ ਨਾਲ ਕਦਮ ਚੁੱਕਿਆ, ਭਾਵੇਂ ਇਹ ਕੋਈ ਵੋਟਾਂ ਦਾ ਮਸਲਾ ਹੋਵੇ ਜਾਂ ਪਰਿਵਾਰਕ ਮਸਲਾ ਹੋਵੇ, ਕਾਹਲ ਨਾਲ ਕਦਮ ਚੁੱਕਿਆ ਬਾਹਲਾ ਕਾਮਯਾਬ ਨਹੀਂ ਹੁੰਦਾ ਜੀ। ਇਹਦੇ ਬਾਰੇ ਤੇ ਅਸੀਂ ਸੰਯੁਕਤ ਕਿਸਾਨ ਮੋਰਚੇ ਦੀ ਸਮਝ ਇਸ ਤਰ੍ਹਾਂ ਬਣੀ ਹੈ, ਜਦੋਂ ਤੁਹਾਡੇ ਸਾਹਮਣੇ ਅਸੀਂ ਸਾਰੀਆਂ ਰਾਜਸੀ ਪਾਰਟੀਆਂ ਨੂੰ ਚੰਡੀਗੜ੍ਹ ਇਕੱਠਾ ਕਰਕੇ ਉਹਨਾਂ ਨੂੰ ਬੇਨਤੀ ਕੀਤੀ ਵੀ ਕਿਰਪਾ ਕਰੋ, ਸਾਡਾ ਅਣਖ ਤੇ ਇੱਜ਼ਤ ਦਾ ਅੰਦੋਲਨ ਹੈ, ਸਾਡੀ ਰੋਟੀ ਰੋਜੀ ਦਾ ਅੰਦੋਲਨ ਹੈ, ਜ਼ਮੀਨਾਂ ਨੂੰ ਬਚਾਉਣ ਦਾ ਅੰਦੋਲਨ ਹੈ, ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਦੇ ਉੱਤੋਂ ਕਬਜ਼ਾ ਕਰਾਉਣ ਨੂੰ ਰੋਕਣ ਵਾਸਤੇ ਅੰਦੋਲਨ ਹੈ। ਤੇ ਅਸੀਂ ਅੱਜ 11 ਮਹੀਨੇ ਤੋਂ ਬੈਠੇ ਹਾਂ, ਆਹ ਰਾਜਨੀਤਿਕ ਖਲਾਰਾ ਨਾ ਪਾਇਓ। ਸਾਡੀ ਉਹ ਮੀਟਿੰਗ ਵਿੱਚ ਸਾਰੀਆਂ ਪਾਰਟੀਆਂ ਆਈਆਂ ਔਰ ਸਾਰਿਆਂ ਨੇ ਸਾਡੀ ਗੱਲ ਮੰਨੀ। ਔਰ ਅਸੀਂ ਉਹਨਾਂ ਚਿਰ, ਜਿੰਨਾ ਚਿਰ ਭਾਰਤ ਦਾ ਚੋਣ ਕਮਿਸ਼ਨ ਵੋਟਾਂ ਦਾ ਵਿਧਾਨ ਸਭਾ ਦਾ ਐਲਾਨ ਨਹੀਂ ਕਰਦਾ, ਉਹਨਾਂ ਚਿਰ ਰਾਜਸੀ ਸਰਗਰਮੀ
ਨਹੀਂ ਕਰਾਂਗੇ। ਸੋ ਅਸੀਂ ਕਾਨੂੰਨੀ ਸਾਹਿਬ ਦੇ ਆਪਦੇ ਵਿਚਾਰ ਹੋ ਸਕਦੇ। ਸੰਯੁਕਤ ਕਿਸਾਨ ਮੋਰਚੇ ਦਾ ਕੋਈ ਇਹ ਮਿਸ਼ਨ ਨਹੀਂ, ਕੋਈ ਪੰਜਾਬ ਮਿਸ਼ਨ ਨਹੀਂ, ਸਾਡਾ ਯੂਪੀ ਮਿਸ਼ਨ ਹੈ। ਸਭ ਤੋਂ ਵੱਡਾ ਮਿਸ਼ਨ ਹੈ ਯੂਪੀ 'ਚ ਬੀਜੇਪੀ ਦਾ ਸਫਾਇਆ ਕਰਨਾ ਔਰ ਅੰਦੋਲਨ ਨੂੰ ਮਜ਼ਬੂਤ ਕਰਕੇ ਅੰਦੋਲਨ ਜਿੱਤ ਕੇ ਲੋਕਾਂ ਨੂੰ ਘਰਾਂ 'ਚ ਲੈ ਕੇ ਆਉਣਾ। ਕਾਨੂੰਨੀ ਸਾਹਿਬ ਨੂੰ ਅਸੀਂ ਬਹੁਤ ਬੇਨਤੀ ਕੀਤੀ, ਇੱਕ ਵਾਰ ਸਖਤ ਫੈਸਲਾ ਵੀ ਲੈਣਾ ਪਿਆ, ਪਰ ਉਹ ਵਾਰ-ਵਾਰ ਪਤਾ ਨਹੀਂ ਪੰਜਾਬ ਵਿੱਚ ਆਉਂਦੇ ਨੇ, ਉਹ ਹਰਿਆਣੇ ਵਿੱਚ ਨਹੀਂ ਤੇ ਇੱਥੇ ਕਿਉਂ ਆਉਂਦੇ ਨੇ, ਇਹ ਸਾਨੂੰ ਸਾਡੀ ਸਮਝ ਤੋਂ ਬਾਹਰ ਹੈ। ਮੈਂ ਫਿਰ ਸਨਿਵਰ ਬੇਨਤੀ ਕਰਾਂਗਾ, ਆਪਣੇ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਨਿਰੇ ਇਕੱਲੇ ਗੁਰਨਾਮ ਸਿੰਘ ਨੂੰ ਨਹੀਂ, ਸਮੁੱਚੇ ਕਿਸਾਨ ਲੀਡਰਾਂ ਨੂੰ ਬੇਨਤੀ ਕਰਾਂਗਾ, ਅੱਜ ਜਿੱਥੇ ਕਿਸਾਨ ਅੰਦੋਲਨ ਚਲਾ ਗਿਆ, ਸੰਸਾਰ ਦੇ ਲੋਕਾਂ ਦੀ ਨਿਗਾਹ ਲੱਗੀ ਹੋਈ ਹੈ ਔਰ ਇਹਦੇ ਵਿੱਚ 700 ਤੋਂ ਵੱਧ ਕਿਸਾਨਾਂ ਦੇ ਸਿਵੇ ਮੱਚ ਚੁੱਕੇ ਨੇ ਔਰ ਯੂਪੀ ਘਟਨਾਵਾਂ ਵਾਪਰ ਚੁੱਕੀਆਂ ਨੇ। ਅੱਜ ਸਾਡੀਆਂ ਬੀਬੀਆਂ ਉੱਥੇ ਲਾਸ਼ਾਂ ਸਿਵੇ ਮੱਚ ਰਹੇ ਨੇ ਮਾਨਸਾ। ਤੇ ਅੱਜ ਜਿਹੜਾ ਕੋਈ ਨਿੱਜੀ ਤੌਰ ਤੇ ਇਹ ਕੁਰਸੀ ਦੀ ਲਾਲਸਾ ਰੱਖੇਗਾ, ਸਿਵਿਆਂ ਤੇ ਰੋਟੀਆਂ ਸੇਕਣ ਬਰੋਬਰ ਹੈ। ਲੋਕ ਇਹਨੂੰ ਪਸੰਦ ਨਹੀਂ ਕਰਦੇ। ਹਾਂ, ਮੋਰਚਾ ਜਿੱਤ ਕੇ ਉਹਦੇ ਵਿਚਾਰ ਠੀਕ ਹੋ ਸਕਦੇ ਨੇ ਜਾਂ ਸਾਡੇ ਸਾਰਿਆਂ ਦੇ ਸਾਂਝੇ ਵੀ ਵਿਚਾਰ ਹੋ ਸਕਦੇ ਨੇ। ਅੱਜ ਸਾਡਾ ਇੱਕ ਨਿਕਾਤੀ ਪ੍ਰੋਗਰਾਮ ਹੈ ਮੋਰਚਾ ਜਿੱਤਣਾ ਔਰ ਮੋਰਚੇ ਤੋਂ ਪਹਿਲੋਂ ਕੋਈ ਰਾਜਸੀ ਵੱਲੇ ਕਿਸੇ ਵਿਸ਼ੇਸ਼ ਕਰਕੇ ਕਿਸਾਨ ਲੀਡਰ ਦਾ ਵਧਣਾ ਜਾਂ ਉਧਰ ਨੂੰ ਝੁਕਾ ਰੱਖਣਾ, ਉਹ ਕਿਸਾਨ ਅੰਦੋਲਨ ਦੇ ਹਿੱਤ ਵਿੱਚ ਨਹੀਂ। ਉਹ ਲੋਕ ਇਸੇ ਤਰ੍ਹਾਂ ਹੀ ਕਹਿਣਗੇ ਵੀ ਇਹ ਤਾਂ ਲਾਲਸਾ ਦੇ ਕੁਰਸੀ ਤੇ ਭੁੱਖੇ ਸੀ, ਕਿਸਾਨਾਂ ਨਾਲ ਇਹਨਾਂ ਦਾ ਕੋਈ ਲੈਣ ਦੇਣ ਨਹੀਂ। ਕਿਸਾਨ ਮੌਤ ਜ਼ਿੰਦਗੀ ਦੀ ਲੜਾਈ ਉੱਥੇ ਬਾਰਡਰਾਂ ਤੇ ਧੀਆਂ ਭੈਣਾਂ ਨੂੰ ਉੱਥੇ ਭੇਜ ਕੇ ਕਰ ਰਹੇ ਨੇ ਤੇ ਇਹ ਵੋਟਾਂ ਵਾਲੇ ਚੱਕਰ ਪੈ ਗਏ ਨੇ। ਸੋ ਅਸੀਂ ਇਸ ਨਿਬਰ ਬੇਨਤੀ ਕਰਾਂਗੇ, ਫਿਰ ਕਾਨੂੰਨੀ ਸਾਹਿਬ ਨੂੰ ਸਮਝਾਵਾਂਗੇ, ਠਹਿਰ ਜਾ, ਸ਼ਾਇਦ ਤੇਰੀਆਂ ਗੱਲਾਂ ਵੱਡੀਆਂ ਹੋ ਜਾਣ, ਮੋਰਚੇ ਤੋਂ ਬਾਅਦ ਅਸੀਂ ਸੋਚ ਸਕਦੇ। ਬਿਲਕੁਲ। ਤੇ ਮਿਕ ਬੈਰੂ ਸਾਹਿਬ, ਹੁਣ ਪੰਜਾਬ ਦੀ ਜੋ ਰਾਜਨੀਤਿਕ ਸਥਿਤੀ ਹੈ ਤੁਹਾਡੇ ਸਾਹਮਣੇ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀ ਤੋਂ ਲਾ ਦਿੱਤਾ ਗਿਆ। ਹੁਣ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਮੈਂ ਨਵੀਂ ਪਾਰਟੀ ਬਣਾ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਸਿਆਸੀ ਤੌਰ ਤੇ ਮੈਂ ਵਿਚਰੂੰਗਾ, ਪਰ ਉਹ ਬੀਜੇਪੀ ਦੇ ਨਾਲ ਸੀਟਾਂ ਵੰਡਣ ਦੀ ਗੱਲ ਵੀ ਕਰਦੇ ਨੇ, ਬੀਜੇਪੀ ਦੇ ਨਾਲ ਉਹ ਅਲਾਇੰਸ ਦੀ ਵੀ ਗੱਲ ਵੀ ਕਰਦੇ ਨੇ। ਕਹਿੰਦੇ ਨੇ ਕਿ ਪਹਿਲਾਂ ਮੈਂ ਜਾ ਕੇ ਗੱਲ ਕਰੂੰਗਾ ਸੈਂਟਰ ਹਕੂਮਤ ਦੇ ਨਾਲ, ਬੀਜੇਪੀ ਦੇ ਕੇਂਦਰ ਨਾਲ, ਬੀਜੇਪੀ ਸਰਕਾਰ ਦੇ ਨਾਲ, ਵੀ ਖੇਤੀ ਮਸਲੇ ਦਾ ਹੱਲ ਕੀਤਾ ਜਾਵੇ। ਹਾਲਾਂਕਿ ਪਹਿਲਾਂ ਵੀ ਆਪਾਂ ਇਹ ਜ਼ਿਕਰ ਕਰ ਚੁੱਕੇ ਹਾਂ। ਤੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਖੇਤੀ ਮਸਲੇ ਦਾ ਹੱਲ ਵੀ ਮੈਂ ਆਪਣੇ ਪੱਧਰ ਤੇ ਕੋਸ਼ਿਸ਼ ਕਰੂੰਗਾ। ਪੈਨਲ ਲੈ ਕੇ ਉਹਨੇ ਜਾਣਾ ਸੀ, ਭਾਵੇਂ ਉਹ ਮੀਟਿੰਗ ਕੈਂਸਲ ਹੋ ਗਈ। ਤੇ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਨਾਲ ਮਿਲ ਕੇ ਚੱਲਣ ਦੀ ਗੱਲ ਕਰਦੇ ਨੇ, ਖੇਤੀ ਕਾਨੂੰਨ ਰੱਦ ਕਰਾਉਣ ਦੀ ਗੱਲ ਕਰਦੇ ਨੇ। ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਜੋ ਵਿਚੋਲਗੀ ਕਰਨ ਦਾ ਇਹ ਹੁਣ ਤਰੀਕਾ, ਨਵੀਂ ਪਾਰਟੀ ਬਣਾਉਣ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਇਸ ਰੂਪ ਦੇ ਵਿੱਚ ਕਿਵੇਂ ਲੈਂਦਾ? ਪੰਜਾਬ ਦਾ ਇਤਿਹਾਸ ਤੇ ਨਿਗਾਹ ਮਾਰਦੇ ਆ ਤਾਂ ਜਦੋਂ ਆਮ ਪਾਰਟੀ ਦੀ ਹਵਾ ਬਣੀ, ਆਮ ਆਦਮੀ ਪਾਰਟੀ ਨੂੰ 4 MP ਮਿਲ ਗਏ ਜੀ, ਤਾਂ ਬਾਅਦ ਵਿੱਚ ਉਹਨਾਂ ਦੀ ਫੁੱਟ ਪੈ ਗਈ। ਫੁੱਟ ਦੇ ਵਿੱਚ ਸੁੱਚਾ ਸਿੰਘ ਛੋਟੇਪੁਰ ਨੂੰ ਪ੍ਰਧਾਨ ਮੰਨ ਕੇ ਚੱਲੇ। ਜਦੋਂ ਸਰਦਾਰ ਛੋਟੇਪੁਰ ਨੂੰ ਆਮ ਆਦਮੀ ਪਾਰਟੀ ਤੋਂ ਵੱਖ ਕੀਤਾ ਤੇ ਉਹਨਾਂ ਵੀ ਪਾਰਟੀ ਬਣਾਈ। ਜਦੋਂ ਖਾਰੇ ਨਾਲ ਪੰਗਾ ਪੈ ਗਿਆ ਪਾਰਟੀ ਦਾ, ਤੇ ਉਹਨੇ ਵੀ ਪਾਰਟੀ ਬਣਾਈ। ਕੋਈ ਪਾਰਟੀਆਂ ਬਣਾਉਣਾ ਇੱਕ ਚਾਅ ਹੀ ਹੈਗਾ ਮੇਰੇ ਹਿਸਾਬ ਨਾਲ, ਮੇਰੀ ਜ਼ਿੰਦਗੀ ਤਜਰਬਾ। ਬਾਹਲੀਆਂ ਪਾਰਟੀਆਂ ਇੱਥੇ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ। ਸੋ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੀ ਜਿੱਥੇ ਗੱਲ ਆਉਂਦੀ ਹੈ, ਕੈਪਟਨ ਅਮਰਿੰਦਰ ਸਿੰਘ ਦੀ 4.5 ਸਾਲ ਮੁੱਖ ਮੰਤਰੀ ਰਹੇ ਨੇ। ਲੋਕਾਂ ਨੇ ਵੋਟਾਂ ਪਾ ਕੇ ਲਿਆਂਦਾ। ਲੋਕ ਉਦੋਂ ਦੇ ਹਾਲਾਤ ਐਸੇ ਸੀ, ਇਹਨਾਂ ਨੂੰ ਮਾਨਤਾ ਦਿੱਤੀ ਤੇ ਇਹ ਮੁੱਖ ਮੰਤਰੀ ਬਣੇ। ਉਹਦੇ ਕਾਂਗਰਸ ਦਾ ਜਿਹੜਾ ਅੰਦਰੂਨੀ ਕਲੇਸ਼ ਹੈ ਉਹਦੇ 'ਚ ਮੈਂ ਕਿਉਂ ਉਲਝਾਂਗਾ, ਉਹਨੂੰ ਪਾਸੇ ਕਰ ਦਿੱਤਾ। ਉਹ ਬੀਜੇਪੀ ਨਾਲ ਰਲ ਕੇ ਹੁਣ ਤੱਕ ਚੱਲਦਾ ਰਿਹਾ ਜਾਂ ਨਹੀਂ ਚੱਲਦਾ ਰਿਹਾ। ਹੁਣ ਜਿਹੜਾ ਕਿਸਾਨ ਅੰਦੋਲਨ ਦੇ ਨਾਂ ਤੇ ਉਹਨੇ ਸਾਰਾ ਕੁਝ ਕਰਨ ਦਾ, ਹੋਰ ਉਹਦੇ ਕੋਲ ਬਚਿਆ ਵੀ ਨਹੀਂ ਕੁਛ। ਜੇ ਉਹ ਚਾਹੁੰਦਾ ਹੈ ਵੀ ਕਿਸਾਨ ਮੋਰਚੇ ਦੀਆਂ ਜਿਹੜੀਆਂ ਮੰਗਾਂ ਨੇ ਭਾਰਤ ਸਰਕਾਰ ਨਰਿੰਦਰ ਮੋਦੀ ਮੇਰੀ ਝੋਲੀ ਪਾ ਦੇ ਤੇ ਮੈਂ ਬੱਲੇ ਬੱਲੇ ਕਰਾ ਕੇ ਤੇ ਪੰਜਾਬ ਦੇ ਵਿੱਚ ਬੀਜੇਪੀ ਦੇ ਫਿਰ ਪੈਰ ਦਵਾਵਾਂਗਾ। ਤੇ ਕੱਲ ਬੀਜੇਪੀ ਨੇ ਕਿਹਾ ਵੀ ਨਵਾਂ ਪੰਜਾਬ ਦੀ ਵੀ ਗੱਲ ਚੱਲ ਪਈ। ਨਵਾਂ ਪੰਜਾਬ ਨਾ ਪੁਰਾਣਾ ਪੰਜਾਬ। ਹੁਣ ਲੋਕ ਇੱਥੋਂ ਤੱਕ ਨੇ, ਸ਼ਾਇਦ ਬੀਜੇਪੀ ਦਾ ਤੇ ਪੋਲਿੰਗ ਏਜੰਟ ਵੀ ਨਾ ਲੱਭਣ, ਲੋਕ ਇੰਨੇ ਦੁਖੀ ਨੇ। ਔਰ ਕੱਲ ਤਾਜ਼ਾ ਵੇਖੋ, ਰਾਜਨਾਥ ਨੇ ਆਉਣਾ ਸੀ, ਸਾਨੂੰ ਤਾਂ ਬੜਾ ਪਤਾ ਵੀ ਨਹੀਂ ਲੱਗਾ ਸੀਨੀਅਰ ਲੀਡਰਾਂ ਨੂੰ। ਲੋਕ ਆਪਣੇ ਆਪ ਉੱਥੇ ਉਤਰਨ ਨਹੀਂ ਦਿੱਤਾ, ਉਹ ਭੱਜ ਗਿਆ। ਜਦੋਂ ਇਹੋ ਜਿਹੇ ਹਾਲਾਤ ਬਣੇ ਹੋਏ ਨੇ ਤੇ ਕੈਪਟਨ ਅਮਰਿੰਦਰ ਸਿੰਘ ਇਹ ਤਾਂ ਥੋੜ੍ਹੀ ਜਿਹੀ ਮੈਂ ਸਮਝਦਾ ਵੀ ਜੇ ਅੰਦੋਲਨ ਦੀ ਝੋਲੀ ਪਵਾ ਲੈ ਤੇ ਸ਼ਾਇਦ ਥੋੜਾ ਬਾਲਾ ਪੰਜਾਬ ਵਿੱਚ ਤੁਰਦਾ ਫਿਰਦਾ ਹੋ ਜਾਏ। ਪਰ ਬੀਜੇਪੀ ਦਾ ਨੁਕਸਾਨ ਹੀ ਇੰਨਾ, RSS ਤੇ ਜਿੰਨਾ ਘੱਟ ਗਿਣਤੀ ਦੇ ਲੋਕਾਂ ਨਾਲ ਪੰਗਾ ਲੈਣਾ ਔਰ ਕਿਸਾਨਾਂ ਨਾਲ ਇੰਨੀ ਦੁਸ਼ਮਣੀ ਸੇੜ ਲੈਣੀ, ਕਿਸਾਨਾਂ ਦੇ ਇੰਨੇ ਸਿਰੇ ਮਚਾ ਦੇਣੇ। ਛੇਤੀ ਕਿਸਾਨ
ਇਹ ਬੀਜੇਪੀ ਨੂੰ ਮਾਫ ਕਰਨ ਵਾਲੇ ਨਹੀਂ। ਔਰ ਬੀਜੇਪੀ ਦੇ ਡੁੱਬਦੇ ਜਹਾਜ਼ ਤੇ ਜਿਹੜਾ ਚੜੂਗਾ ਸ਼ਾਇਦ ਮੈਂ ਉਹਨੂੰ ਸਮਝਦਾਰ ਨਹੀਂ ਸਮਝਾਂਗਾ। ਫਿਰ ਵੀ ਕੈਪਟਨ ਅਮਰਿੰਦਰ ਸਿੰਘ ਤਜਰਬੇਕਾਰ ਲੀਡਰ ਮੰਨਦੇ ਆ, ਕਈ ਵਾਰ ਉਹਨਾਂ ਨੇ ਰਿਜ਼ਾਈਨ ਵੀ ਦਿੱਤੇ, ਕਈ ਵਾਰ ਉਹਨੇ ਕੰਮ ਚੰਗੇ ਵੀ ਕੀਤੇ, ਪਰ ਅੱਜ ਜਿਹੜਾ ਬੀਜੇਪੀ ਦਾ ਕੋਈ ਉਹ ਲੜ ਫੜਨਾ ਚਾਹੁੰਦਾ ਹੈ ਜਾਂ ਆਪਣੀ ਨਵੀਂ ਪਾਰਟੀ ਬਣਾਉਣਾ ਚਾਹੁੰਦਾ ਹੈ, ਮੇਰੇ ਹਿਸਾਬ ਨਾਲ ਉਹਨੂੰ ਇਹਨਾਂ ਹਾਲਾਤਾਂ ਵਿੱਚ ਬੜਾ ਸੋਚ ਸੋਚ ਕੇ ਕਦਮ ਚੁੱਕਣਾ ਚਾਹੀਦਾ ਹੈ। ਹਾਂ ਠੀਕ ਹੈ, ਸਾਨੂੰ ਕੋਈ ਇਤਰਾਜ਼ ਨਹੀਂ ਜੇ ਉਹ ਸਾਡੇ ਕਿਸਾਨ ਅੰਦੋਲਨ ਨੂੰ ਵਿੱਚ ਪੈ ਕੇ ਸਿਰੇ ਚੜਾਉਂਦਾ ਹੈ। ਸਾਡੀਆਂ ਭਾਵਨਾਵਾਂ ਮੁਤਾਬਕ ਕੋਈ ਅਸੀਂ ਕੈਪਟਨ ਦੇ ਆਖੇ ਲੱਗਣ ਵਾਲੇ ਲੋਕ ਨਹੀਂ। ਸਾਡੇ ਕੋਲ ਕੋਈ ਪ੍ਰਪੋਜ਼ਲ ਆਵੇਗੀ, ਸਾਡੇ ਕੋਲ ਪ੍ਰਪੋਜ਼ਲ ਆ ਕੇ ਸਾਨੂੰ ਸੱਦਣਗੇ ਤੇ ਅਸੀਂ ਟੇਬਲ ਦੇ ਉੱਤੇ ਬਹਿ ਕੇ ਸਾਡੇ ਹਾਣ ਦਾ ਫੈਸਲਾ ਹੋਇਆ ਤੇ ਅਸੀਂ ਮੰਨਾਂਗੇ। ਇਹ ਨਹੀਂ ਵੀ ਕੋਈ ਵਿਚੋਲਾ ਆ ਗਿਆ ਤੇ ਉਹ ਕੋਈ ਲੈਣ ਦੇਣ ਵਾਲੀ ਕਹਾਣੀ ਕੋਈ ਨਹੀਂ ਵਿੱਚ। ਬਿਲਕੁਲ। ਤੇ ਬਹਿਰੂ ਸਾਹਿਬ, ਇਹ ਆਪਾਂ ਨੇ ਕਿਸਾਨੀ ਅੰਦੋਲਨ ਦੇ ਨਾਲ ਜੋੜ ਕੇ ਗੱਲਬਾਤ ਕੀਤੀ। ਹੁਣ ਗੱਲਬਾਤ ਕਰਾਂਗੇ ਆਪਾਂ ਕਿਸਾਨੀ ਦੇ ਹਾਲਾਤ ਤੁਹਾਡੇ ਸਾਹਮਣੇ ਨੇ। ਨਿੱਤ ਕਿਸਾਨ ਖੁਦਕੁਸ਼ੀਆਂ, ਮਜ਼ਦੂਰ ਖੁਦਕੁਸ਼ੀਆਂ ਦੇ ਵਿੱਚ ਨਿਰੰਤਰ ਵਾਧਾ ਹੁੰਦਾ ਜਾ ਰਿਹਾ ਪੰਜਾਬ ਦੇ ਵਿੱਚ, ਦੇਸ਼ ਦੇ ਵਿੱਚ। ਦੇਖੋ ਨਰਮਾ ਪੱਟੀ, ਨਰਮਾ ਦੀ ਜੋ ਬੈਲਟ ਸੀ, ਮਾਲਵਾ ਬੈਲਟ ਸੀ, ਉੱਥੇ ਵੀ ਗੁਲਾਬੀ ਸੁੰਡੀ ਨੇ ਹਮਲਾ ਕੀਤਾ ਤੇ ਉੱਥੇ ਇਹੋ ਜਿਹਾ ਕਹਿਰ ਵਾਪਰਿਆ ਕਿ ਲੋਕ ਆਪਣੇ ਘਰ ਦੀਆਂ ਮੱਝਾਂ ਟਰੈਕਟਰ ਤੱਕ ਵੇਚਣ ਲਈ ਮਜਬੂਰ ਨੇ। ਮੰਡੀਆਂ ਦੇ ਵਿੱਚ ਨਵੇਂ ਟਰੈਕਟਰ ਖੜੇ ਨੇ, ਘੱਟ ਵੱਧੀ ਨਾਲ ਉਹ ਆਪਣੇ ਟਰੈਕਟਰ ਵੇਚ ਰਹੇ ਨੇ, ਘਰ ਦੀਆਂ ਮੱਝਾਂ ਸੋਨਾ ਵੇਚਣ ਲਈ ਮਜਬੂਰ ਹੋਏ ਪਏ ਨੇ। ਜੇਕਰ ਆਪਾਂ ਗੱਲ ਕਰੀਏ ਖੇਤੀ ਨੀਤੀ ਦੀ, ਜਦੋਂ ਇਹ 3 ਕਾਨੂੰਨ ਬਣੇ ਨਹੀਂ ਸੀ ਉਦੋਂ ਵੀ ਕਿਸਾਨ ਖੁਦਕੁਸ਼ੀਆਂ ਹੁੰਦੀਆਂ ਸੀ, ਤੇ ਇਹ 3 ਕਾਨੂੰਨ ਹੁਣ ਇਹਨਾਂ ਦੀ ਲੜਾਈ ਲੜਦਾ ਪੰਜਾਬ। ਉਸ ਤੋਂ ਜਦੋਂ ਕਾਨੂੰਨ ਵਾਪਸ ਹੋ ਜਾਣਗੇ, ਬੀਜੇਪੀ ਸਰਕਾਰ ਕਾਨੂੰਨ ਖਾਰਜ ਕਰ ਦੂਗੀ, ਕਿਸਾਨ ਆਪਣੇ ਘਰਾਂ ਨੂੰ ਆਉਣਗੇ ਦੁਬਾਰੇ, ਫਿਰ ਖੇਤੀ ਆਪਣੇ ਲੀਹਾਂ ਉੱਤੇ ਚੱਲੂਗੀ, ਪੰਜਾਬ ਆਪਣੇ ਲੀਹਾਂ ਉੱਤੇ ਚੱਲੂਗੀ। ਫਿਰ ਪੰਜਾਬ ਦੀ ਖੇਤੀ ਨੀਤੀ ਕੀ ਹੋਣੀ ਚਾਹੀਦੀ ਹੈ ਤੁਹਾਡੇ ਮੁਤਾਬਕ, ਜਿਹਦੇ ਨਾਲ ਕਿਸਾਨੀ ਨੂੰ ਇਸ ਡੁੱਬਦੇ ਸੰਕਟ ਦੇ ਵਿੱਚੋਂ ਕੱਢਿਆ ਜਾ ਸਕੇ? ਇਹ ਦੁਖਦਾਈ ਬਹੁਤ ਵੱਡਾ ਇਸ਼ਾ ਤੁਸੀਂ ਛੋਇਆ, ਬਹੁਤ ਚੰਗਾ ਕੀਤਾ, ਮੈਂ ਤਾਂ ਸਤਿਕਾਰ ਕਰਦਾ। ਦਰਅਸਲ ਸੱਚ ਇਹ ਆ ਵੀ ਦੇਸ਼ ਪਿੰਡਾਂ ਦਾ ਦੇਸ਼ ਹੈ ਔਰ ਖੇਤੀ ਦਾ ਦੇਸ਼ ਹੈ, ਔਰ ਸਾਡਾ ਸੂਬਾ ਖੇਤੀ ਪ੍ਰਧਾਨ ਸੂਬਾ ਹੈ। ਬਦਕਿਸਮਤੀ ਕਿਸਾਨਾਂ ਦੀਆਂ ਜਿਹੜੀਆਂ ਖੁਦਕਸ਼ੀਆਂ ਹੋ ਰਹੀਆਂ ਨੇ, ਦੇਸ਼ ਦੀ ਖੇਤੀ ਨੀਤੀ ਵਿਗਿਆਨਕ ਢੰਗ ਨਾਲ ਤੈਅ ਹੋਈ। ਸਰਕਾਰਾਂ ਆਉਂਦੀਆਂ ਰਹੀਆਂ, ਸਰਕਾਰਾਂ ਜਾਂਦੀਆਂ ਰਹੀਆਂ, ਔਰ ਸਾਰੀਆਂ ਪਾਰਟੀਆਂ ਨੇ ਸਰਕਾਰਾਂ ਦੇ ਆਨੰਦ ਮਾਣੇ। ਔਰ ਤੁਹਾਡੀ ਜਾਣਕਾਰੀ ਵਾਸਤੇ ਮੈਂ ਕਹਾਂ 543 MP ਜਿੱਤ ਕੇ ਜਾਂਦੇ ਨੇ ਦੇਸ਼ ਦੇ ਅੱਡ ਪਾਰਲੀਮੈਂਟ ਹਲਕਿਆਂ ਵਿੱਚੋਂ, ਔਰ 450 ਤੋਂ ਵੱਧ ਸਾਡੇ ਪੇਂਡੂ ਦਿਹਾਤੀ ਵੋਟਰਾਂ, ਕਿਸਾਨਾਂ, ਮਜ਼ਦੂਰਾਂ ਦੀਆਂ ਵੋਟਾਂ ਲੈ ਕੇ MP ਬਣਦੇ ਨੇ। ਤੇ ਉੱਥੇ ਅੱਜ ਤੱਕ ਉੱਥੇ ਕੋਈ ਫਾਰਮਰ ਪਾਰਲੀਮੈਂਟ ਮੈਂਬਰਾਂ ਦੀ ਲੌਬੀ ਨਹੀਂ, ਕੋਈ ਧੜਾ ਨਹੀਂ ਵੀ ਜਿਹੜਾ ਸਾਡੀ ਦੇਸ਼ ਦੀ ਖੇਤੀ ਨੀਤੀ ਉੱਤੇ ਕੋਈ ਕੰਮ ਕਰੇ। ਹਾਂ, ਜਦੋਂ ਅਸੀਂ ਅੰਦੋਲਨ ਕਰਦੇ ਆ, ਛੋਟਾ ਮੋਟਾ ਕਮਿਸ਼ਨ ਬਣ ਜਾਂਦਾ ਹੈ। ਕਮਿਸ਼ਨ ਬੜੇ ਬਣੇ, ਮੈਂ ਇੱਕ ਕਮਿਸ਼ਨ ਦੀ ਗੱਲ ਕਰਾਂਗਾ। MS ਸਵਾਮੀਨਾਥਨ ਡਾਕਟਰ ਮਨਮੋਹਨ ਸਿੰਘ ਨੇ 2004 ਵਿੱਚ ਬਣਾਇਆ, ਔਰ ਡਾਕਟਰ ਮਨਮੋਹਨ ਸਿੰਘ ਨੇ ਦੇਸ਼ ਦੀ ਖੇਤੀ ਨੀਤੀ ਨੂੰ ਲੀਹ ਤੇ ਲਿਆਉਣ ਵਾਸਤੇ ਉਹ ਇੱਕ ਚੰਗੇ ਬੰਦੇ ਨੂੰ, ਦੁਨੀਆ ਦੇ ਮੰਨੇ ਪੰਨੇ ਵਿਗਿਆਨੀ ਨੂੰ ਉਹਦਾ ਮੁਖੀ ਬਣਾ ਕੇ ਬਈ ਤੁਸੀਂ ਰਿਪੋਰਟ ਲਿਆਓ, ਕੋਈ ਫਾਰਮੂਲਾ ਲਿਆਓ, ਦੇਸ਼ ਦੀ ਖੇਤੀ ਨੀਤੀ ਲਾਹੇਵੰਦ ਕਿਉਂ ਹੋਵੇ, ਖੁਦਕਸ਼ੀਆਂ ਕਿਵੇਂ ਰੋਕੀਆਂ ਜਾ ਸਕਣ। ਤੇ ਉਸ ਬੰਦੇ ਨੇ ਸਰ ਛੋਟੂ ਰਾਮ ਤੋਂ ਪਿੱਛੋਂ ਜੇ ਇਮਾਨਦਾਰੀ ਨਾਲ ਗੱਲ ਕੀਤੀ, ਭਾਵੇਂ ਫੱਟੇ ਅੱਜ ਕਿਸਾਨਾਂ ਦੇ ਸਾਰੇ ਲਾਈ ਬੈਠੇ ਨੇ, ਜੇ ਇਮਾਨਦਾਰੀ ਨਾਲ ਗੱਲ ਕੀਤੀ ਸਰ ਛੋਟੂ ਰਾਮ ਤੋਂ ਬਾਅਦ MS ਸਵਾਮੀਨਾਥਨ ਨੇ ਕੀਤੀ। ਉਹ ਯੂਨੀਵਰਸਿਟੀ ਦੇ ਮਾਹਿਰਾਂ ਕੋਲ ਗਿਆ, ਐਗਰੀਕਲਚਰ ਦੇ ਮਾਹਿਰਾਂ ਨੂੰ ਮਿਲਿਆ, ਖੇਤੀ ਕਰਨ ਵਾਲੇ ਕਿਸਾਨਾਂ ਕੋਲ ਗਿਆ, ਔਰ 2 ਸਾਲ ਇੰਨੀ ਅਣਥੱਕ ਮਿਹਨਤ ਕਰਕੇ ਉਹ 5 ਜਿਲਦਾਂ ਵਿੱਚ 2006 ਵਿੱਚ ਉਹ ਰਿਪੋਰਟ ਦਿੰਦਾ ਹੈ। ਉਹ ਪਹਿਲੀ ਲਾਈਨ ਲਿਖਦਾ ਹੈ, ਜੇ ਦੇਸ਼ ਨੂੰ ਕਿਸਾਨ ਨੂੰ ਬਚਾਉਣਾ ਤਾਂ ਮੇਰਾ ਫਾਰਮੂਲਾ ਤੁਰੰਤ ਲਾਗੂ ਹੋਵੇ। ਔਰ ਲਾਗੂ ਹੋਣ ਦੀ ਬਜਾਏ ਡਾਕਟਰ ਮਨਮੋਹਨ ਸਿੰਘ ਨੇ ਆਪਣੇ ਉਹਨੂੰ ਦੱਬ ਲਿਆ। ਉਹਦਾ ਜ਼ਿੰਮੇਵਾਰ ਡਾਕਟਰ ਮਨਮੋਹਨ ਸਿੰਘ ਹੈ। ਜੇ ਉਦੋਂ ਤੋਂ ਮੈਂ ਸਪੀਚ ਵਿੱਚ ਉੱਥੇ ਮੋਰਚੇ ਤੇ ਕਹਿਣਾ ਵੀ ਕਾਂਗਰਸ ਦੇ ਕੰਡੇ ਬੀਜੇ ਹੋਏ ਅਸੀਂ ਕੱਢ ਰਹੇ ਹਾਂ, ਜੇ ਮਨਮੋਹਨ ਸਿੰਘ, ਸੋਨੀਆ ਗਾਂਧੀ ਸਾਡੀ ਗੱਲ ਸਵਾਮੀਨਾਥਨ ਦੀ ਮੰਨ ਲੈਂਦੀ ਤੇ ਬੀਜੇਪੀ ਕਿਤੇ ਲੱਭਣਾ ਵੀ ਨਹੀਂ ਸੀ। ਇਹ ਬੀਜੇਪੀ ਨੇ ਮੈਂ ਬੜੀ ਯਤਨ ਕੀਤੇ, ਔਰ ਕੁਛ ਐਮਪੀਆਂ ਤੋਂ ਅਸੀਂ ਰੋਲਾ 2007 ਵਿੱਚ ਪਵਾਇਆ, ਤੇ ਪ੍ਰਧਾਨ ਮੰਤਰੀ ਨੇ ਇੱਕ ਬਿਆਨ ਦੇ ਦਿੱਤਾ ਪਾਰਲੀਮੈਂਟ ਦੇ ਵਿੱਚ, ਮੇਰੀ ਸਰਕਾਰ ਨੂੰ 6 ਮਹੀਨੇ ਦਾ ਮੌਕਾ ਦਿਓ, ਮੈਂ ਇਹਨੂੰ ਲਾਗੂ ਕਰਾਂਗਾ। ਪ੍ਰਧਾਨਾ ਉੱਥੇ ਦੇ ਉੱਥੇ। ਤੇ ਫਿਰ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਮੇਰੇ ਦਸਤਖਤ ਥੱਲੇ ਅਸੀਂ ਸੁਪਰੀਮ ਕੋਰਟ 2011 ਵਿੱਚ ਗਏ, ਔਰ ਕਾਂਗਰਸ ਪੂਰੇ ਉਸ ਪਲੇਟਫਾਰਮ ਤੋਂ, ਕਿਉਂਕਿ ਉਹ ਪਲੇਟਫਾਰਮ ਸੁਪਰੀਮ ਕੋਰਟ ਬਹੁਤ ਵੱਡਾ ਹੈ, ਭਾਵੇਂ ਉਹ ਕਿੱਧਰ ਦੀ ਵੀ ਗੱਲ ਜਾਏ ਉਹ ਦੁਨੀਆ 'ਚ ਚਲੀ ਜਾਂਦੀ ਹੈ, ਦੇਸ਼ ਦੇ ਲੋਕਾਂ 'ਚ ਵੋਟਰਾਂ ਚਲੀ ਜਾਂਦੀ ਹੈ। ਤੇ ਫਿਰ 2014 ਵਿੱਚ ਬੀਜੇਪੀ ਨੇ ਪੱਤਾ ਖੇਡਿਆ ਬਈ ਕਿਸਾਨੋਂ ਮਾਰੇ ਸੇ ਲੈ ਕੇ ਆਓ,
ਜਿਹੜੇ ਮਨਮੋਹਨ ਨੇ ਸੋਨੀਆ ਨੇ ਕੰਮ ਨਹੀਂ ਕੀਤਾ, ਹਮ ਸਵਾਮੀਨਾਥਨ ਲਾਗੂ ਕਰਾਂਗੇ। ਅਸੀਂ ਤਾਂ ਵੋਟਾਂ ਪਾ ਦਿੱਤੀਆਂ, ਪ੍ਰਧਾਨ ਮੰਤਰੀ ਬਣ ਗਿਆ, ਪਰ ਦੇਸ਼ 'ਚ ਰਾਜਨੀਤਿਕ ਇੱਕ ਵੱਡੀ ਘਟਨਾ ਵਾਪਰੀ। ਰਾਜਸੀ ਪਾਰਟੀ, ਕੌਮੀ ਪਾਰਟੀ ਬੀਜੇਪੀ ਨੇ ਮੇਰੀ ਰਿਟ ਪਟੀਸ਼ਨ ਦੇ ਵਿੱਚ ਉੱਥੇ ਇੱਕ ਅਲਫਨਾਮਾ ਦੇ ਕੇ ਵਾਅਦਾ ਖਿਲਾਫੀ ਦੇਸ਼ ਦੇ ਕਰੋੜਾਂ ਕਿਸਾਨਾਂ ਕੀਤੀ ਬਈ ਜੇ ਸਵਾਮੀਨਾਥਨ ਫਾਰਮੂਲਾ ਲਾਗੂ ਕਰ ਦਿੱਤਾ ਜਾਏ ਤੇ ਦੇਸ਼ ਵਿੱਚ ਗੜਬੜ ਪੈਦਾ ਹੋ ਜਾਏਗੀ, ਦੇਸ਼ ਦੀ ਮਹਿੰਗਾਈ ਵੱਧ ਜਾਏਗੀ। ਤੇ ਕਿਸਾਨਾਂ ਦਾ ਸਵਾਲ ਅੱਜ ਵੀ ਉਸੇ ਤਰ੍ਹਾਂ ਖੜਾ ਹੈ ਵੀ ਜਦੋਂ ਤੁਸੀਂ ਵਾਅਦੇ ਕਰਦੇ ਹੋ, ਚੋਣ ਮਨੋਰਥ ਪੱਤਰ ਜਾਰੀ ਕਰਦੇ ਹੋ, ਕਿ ਉਦੋਂ ਦੇਸ਼ ਦੀ ਗੜਬੜ ਪੈਦਾ ਨਹੀਂ ਹੁੰਦੀ। ਸੋ ਇਹ ਜਿਹੜਾ ਦੇਸ਼ ਦੀ ਖੇਤੀ ਨੀਤੀ ਵਿਗਿਆਨਕ ਢੰਗ ਨਾਲ, ਜਿੰਨਾ ਚਿਰ MS ਸਵਾਮੀਨਾਥਨ ਤੁਸੀਂ ਸਵਾਲ ਕੀਤਾ ਵੀ ਜੇ ਤੁਸੀਂ ਮੋਰਚਾ ਜਿੱਤ ਗਏ, MSC ਦਾ ਕਾਨੂੰਨ ਬਣ ਗਿਆ, ਤੁਸੀਂ ਇਹ ਕਾਲੇ ਕਾਨੂੰਨ ਖਤਮ ਕਰਾ ਲਏ, ਕੀ ਕਿਸਾਨਾਂ ਦੀਆਂ ਖੁਦਕਸ਼ੀਆਂ ਘਟ ਜਾਣਗੀਆਂ? ਸਾਨੂੰ ਇਹਦਾ ਪਤਾ ਹੈ। ਇਹ ਮੋਰਚਾ, ਇਹ ਤਾਂ ਹੁਣ ਕਾਲੇ ਕਾਨੂੰਨ ਨੂੰ ਖਤਮ ਕਰਾਉਣ ਤੇ MSC ਦੀ ਗਰੰਟੀ ਲੈਣ ਵਾਸਤੇ ਇੱਕ ਮੋਰਚਾ ਲੱਗਣਾ ਹੈ ਵਿਗਿਆਨਕ ਢੰਗ ਨਾਲ ਸਵਾਮੀਨਾਥਨ ਫਾਰਮੂਲਾ ਲਾਗੂ ਕਰਵਾਉਣ ਵਾਸਤੇ। ਆਰਥਿਕ ਇਨਸਾਫ ਦੀ ਲੜਾਈ ਅਸੀਂ ਫਿਰ ਸ਼ੁਰੂ ਕਰਾਂਗੇ। ਪਹਿਲੋਂ ਇਹ ਖਿਲਾਰਾ ਪਿਆ ਸਮੇਟ ਕੇ, ਫਿਰ ਵੱਡੀ ਲੜਾਈ ਇੱਕ ਸ਼ੁਰੂ ਹੋਣੀ ਹੈ। ਆਰਥਿਕ ਬੇਇਨਸਾਫੀ ਦੀ ਜਿਹੜੀ ਹੈ ਨਾ, ਜਿਹੜਾ ਇੰਨਾ ਮਿਹਨਤਕਸ਼ ਲੋਕਾਂ ਦਾ ਐਡੀ ਵੱਡੀ ਠੱਗੀ ਵੱਜ ਰਹੀ ਹੈ, ਉਹ ਬੰਦ ਕਰਵਾਉਣ ਵਾਸਤੇ। ਸੋ ਜਿੰਨਾ ਚਿਰ ਰਾਜਸੀ ਪਾਰਟੀਆਂ ਦੇ ਇੱਕ ਕਾਨੂੰਨੀ ਕੁੰਡਾ ਨਹੀਂ ਹੁੰਦਾ, ਉਹ ਕੁੰਡਾ ਕੀ ਹੈ? ਪਾਰਲੀਮੈਂਟ, ਆਪਣੇ ਚੋਣ ਕਮਿਸ਼ਨ, ਜਿਹੜਾ ਭਾਰਤ ਦਾ ਚੋਣ ਕਮਿਸ਼ਨ ਹੈ, ਜਿੰਨਾ ਚਿਰ ਇਹਨੂੰ ਕਾਨੂੰਨੀ ਮਾਨਤਾ ਚੋਣ ਮਨੋਰਥ ਪੱਤਰਾਂ ਨੂੰ ਰਾਜਸੀ ਪਾਰਟੀਆਂ ਨੂੰ, ਖੇਤਰੀ ਪਾਰਟੀਆਂ ਨੂੰ ਨਹੀਂ ਦਿੰਦਾ, ਉਹ ਕੁੰਡਾ ਨਹੀਂ ਇਹਨਾਂ ਤੇ ਖੜਾ ਕਹਿੰਦਾ, ਉਹਨਾਂ ਚਿਰ ਰਾਜਸੀ ਠੱਗੀ ਆ। ਪੰਜਾਬ ਦੇ ਵਿਧਾਨ ਸਭਾ ਦੀ ਚੋਣਾਂ ਹਾਲੇ ਐਲਾਨ ਨਹੀਂ ਹੋਇਆ, ਵੇਖੋ ਕਿੱਡੇ ਕਿੱਡੇ ਸਭ, ਇੱਕ ਕਹਿੰਦਾ 300 ਜੁੱਟ ਬਾਬ, ਦੂਜਾ ਕਹਿੰਦਾ 500 ਜੁੱਟ ਬਾਬ। ਸੋ ਇਹ ਖੁੱਲੇ ਲੋਕ ਨੇ, ਇਹਨਾਂ ਨੂੰ ਕੋਈ ਪੁੱਛਣ ਵਾਲਾ ਲੋਕ ਨਹੀਂ। ਹੁਣ ਜਿਹੜਾ ਇਹ ਕਿਸਾਨ ਅੰਦੋਲਨ ਹੈ, ਇਹ ਪੁੱਛਣ ਵਾਲੇ ਲੋਕ ਪੈਦਾ ਹੋ ਗਏ ਨੇ। ਨੌਜਵਾਨਾਂ 'ਚ, ਗੱਭਰੂਆਂ 'ਚ, ਸਾਡੀਆਂ ਭੈਣਾਂ 'ਚ, ਸਾਡੀਆਂ ਲੜਕੀਆਂ 'ਚ ਇੰਨੀ ਚੇਤਨਾ ਪੈਦਾ ਹੋ ਗਈ। ਹੁਣ ਇਹਨਾਂ ਨੂੰ ਪਿੰਡਾਂ ਵਿੱਚ ਜਾਣਾ ਔਖਾ ਹੋ ਗਿਆ ਵੀ ਹੁਣ ਜਿਹੜੇ ਵਾਅਦੇ ਨੇ, ਅਸੀਂ ਆ ਚੰਡੀਗੜ੍ਹ ਵੀ ਉਹਨਾਂ ਨੂੰ ਕਿਹਾ ਵੀ ਹੁਣ ਵਾਅਦੇ ਸੋਚ ਕੇ ਕਰਿਓ। ਕੈਪਟਨ ਅਮਰਿੰਦਰ ਸਿੰਘ ਨੇ ਗੁੜਕਾ ਚੁੱਕ ਕੇ ਆਪਣੀ ਕਬਰ ਪੱਟੀ ਸੀ, ਹੁਣ ਨੋ ਕਰਦਾ ਫਿਰਦਾ, ਤੁਸੀਂ ਕਿਤੇ ਸੰਭਲ ਕੇ ਵਾਅਦੇ ਕਰੋ, ਪਰ ਇਹ ਬਾਜ਼ ਨਹੀਂ ਆਉਂਦੇ। ਹੁਣ ਆਪਣੇ ਕੇਜਰੀਵਾਲ ਕੱਲ ਆਇਆ ਹੈ, ਉਹ ਕਹਿੰਦਾ ਮੈਂ ਨਵਾਂ ਹੀ ਸਵਰਗ ਲੈ ਕੇ ਆਵਾਂਗਾ। ਬੀਜੇਪੀ ਕਹਿੰਦੇ ਅਸੀਂ ਨਵਾਂ ਪੰਜਾਬ ਲੈ ਕੇ ਆਵਾਂਗੇ। ਸੋ ਨਵਾਂ ਪੰਜਾਬ ਜਾਂ ਪੁਰਾਣਾ ਪੰਜਾਬ, ਬਾਬਾ ਜਿਹੜਾ ਪੰਜਾਬ ਹੈਗਾ ਇਹਨੂੰ ਵਸਦਾ ਰਹਿਣ ਦਿਓ, ਸਾਨੂੰ ਖਤਰਾ ਹੈ। ਇਹਦੀਆਂ ਵੀ ਇੱਟਾਂ ਨਾ ਖੇੜੋ। ਇਹ ਸਾਰੇ ਅਧਿਕਾਰ ਸਾਡੇ ਜਿਹੜੇ ਸੂਬਿਆਂ ਦੇ ਅਧਿਕਾਰ ਨੇ, ਇਹ ਹੀ ਤੁਸੀਂ ਖਤਮ ਕਰ ਰਹੇ ਹੋ। ਤੁਸੀਂ ਨਵਾਂ ਪੰਜਾਬ ਜਾਂ ਪੁਰਾਣਾ ਪੰਜਾਬ ਕਿੱਥੇ ਰਹਿਣ ਦਿਓਗੇ? ਜੀ ਬਿਲਕੁਲ ਕਿੱਥੇ ਰਹਿਣ ਦੋਗੇ। ਬਿਲਕੁਲ ਬੈਰੂ ਸਾਹਿਬ, ਕਿਉਂਕਿ ਸਰਕਾਰਾਂ ਦਾ ਤਾਂ ਕੰਮੇ ਆਹੀ ਹੁੰਦਾ ਨਾ ਕਿ ਵਾਅਦੇ ਕਰਨੇ ਤੇ ਆਪਣੀਆਂ ਵੋਟਾਂ ਲੈਣੀਆਂ। ਜੀ ਸ਼ੁਕਰੀਆ ਬੈਰੂ ਸਾਹਿਬ, ਗੱਲਬਾਤ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਦਰਸ਼ਕੋ, ਸਾਡੇ ਨਾਲ ਜੁੜੇ ਹੋਏ ਸੀ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਤੇ ਸਿਆਣੇ ਮੈਂਬਰ ਸਤਨਾਮ ਸਿੰਘ ਬੈਰੂ ਸਾਹਿਬ। ਬੈਰੂ ਸਾਹਿਬ ਨੇ ਤੁਹਾਨੂੰ ਕਿਸਾਨੀ ਅੰਦੋਲਨ ਤੋਂ ਲੈ ਕੇ ਅੱਜ ਤੱਕ ਦੇ ਜੋ ਖੇਤੀ ਦੇ ਹਾਲਾਤ ਨੇ ਇਹ ਬਿਆਨ ਕੀਤੇ। ਪਹਿਲਾਂ ਅੰਦੋਲਨ ਬਾਰੇ ਬਿਆਨ ਕੀਤਾ ਕਿ ਕਿਵੇਂ ਉੱਥੇ ਪਹੁੰਚੇ, ਉਸ ਤੋਂ ਬਾਅਦ ਕੀ ਔਕੜਾਂ ਆਈਆਂ, ਕੀ ਘਟਨਾਵਾਂ ਘਟੀਆਂ, ਤੇ ਅੰਦੋਲਨ ਜਦੋਂ ਬੀਜੇਪੀ ਸਰਕਾਰ ਕਾਨੂੰਨ ਰੱਦ ਕਰ ਦੂਗੀ, ਮੋਰਚਾ ਜਿੱਤ ਕੇ ਘਰਾਂ ਨੂੰ ਵਾਪਸ ਆਊਗਾ, ਉਸ ਤੋਂ ਬਾਅਦ ਇੱਕ ਲੜਾਈ ਸਵਾਮੀਨਾਥਨ ਦੇ ਜੋ ਸਵਾਮੀਨਾਥਨ ਦੀ ਸਿਫਾਰਿਸ਼ ਹੈ ਜੋ ਕਿਸਾਨਾਂ ਲਈ ਕੀਤੀ ਗਈ ਸੀ, ਉਹ ਪੂਰੀ ਨਹੀਂ ਕੀਤੀ ਗਈ। ਬੀਜੇਪੀ ਸਰਕਾਰ 2014 ਦੇ ਵਿੱਚ ਉਹ ਸੱਤਾ ਦੇ ਵਿੱਚ ਆਈ ਸੀ, ਪਰ ਫਿਰ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦਾਇਰ ਕਰਕੇ ਹੱਥ ਖੜੇ ਕਰਤੇ ਕਿ ਅਸੀਂ ਇਸ ਨੂੰ ਲਾਗੂ ਨਹੀਂ ਕਰ ਸਕਦੇ। ਸਵਾਲ ਉਹਨਾਂ ਨੇ ਆਰਥਿਕਤਾ ਦਾ ਖੜਾ ਕੀਤਾ। ਇੱਕ ਲੜਾਈ ਬੈਰੂ ਸਾਹਿਬ ਨੇ ਦੱਸਿਆ ਕਿ ਉਸ ਲਈ ਵੀ ਖੜੀ ਹੋਣੀ। ਦੂਜਾ, ਸਿਆਸੀ ਪਾਰਟੀਆਂ ਨੂੰ ਕਿਹਾ ਕਿ ਤੁਸੀਂ ਵਾਅਦੇ ਜਰਾ ਦੇਖ ਕੇ ਕਰੋ। ਹੁਣ ਲੋਕ ਜਾਗਰੂਕ ਹੋ ਗਏ ਨੇ, ਲੋਕਾਂ 'ਚ ਅਵੇਅਰਨੈਸ ਹੈ, ਇਸ ਕਰਕੇ ਲੋਕ ਤੁਹਾਨੂੰ ਸਵਾਲ ਪੁੱਛਣਗੇ। ਕਿਸਾਨੀ ਮਸਲੇ ਦੇ ਵਿੱਚ ਜੋ ਕੋਈ ਨਵੀਂ ਜਾਣਕਾਰੀ ਹੋਊਗੀ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ ਤੇ। ਧੰਨਵਾਦ।